ਅੱਜ ਆਪਾਂ 10ਵੀਂ 11ਵੀਂ ਆਸਪਦੀ ਸ਼ੁਰੂ ਕਰਨੀ ਹੈਗੀ ਆ। ਪਹਿਲਾਂ ਸਾਰਿਆਂ ਨੂੰ ਸ਼ਲੋਕ श्लोक के जाएगा कारण कारण प्रभ एक है दूसर नाही कोई नानक तिस बलहारण जल थल मई हल सोए। ये पहला थोड़ा जिहा आप अखर देख लीजिए। लेट्स लुक एट देम। कारण कारण का मतलब होंदा भी जो कुछ भी कीता होवे। इन अदर वर्ड ऑल हिज क्रिएशन द वर्ल्ड ਉਹਨੂੰ ਕਹਿੰਦੇ ਕਾਰਨ। ਰਚਨਾ ਜਿਹੜੀ ਹੈਗੀ ਆ ਉਹਦੀ ਉਹਨੂੰ ਕਹਿੰਦੇ ਕਾਰਨ। ਕਾਰਨ ਜਿਹੜਾ ਕਰਨ ਵਾਲਾ ਹੋਵੇ। ਓਕੇ, ਉਹ ਕੌਣ ਆ? ਉਹ ਵਾਹਿਗੁਰੂ ਆ। ਸੋ ਦੈਟਸ ਰਿਫਰਿੰਗ ਟੂ ਐਕਚੁਅਲੀ ਵਾਹਿਗੁਰੂ ਕਰਨ ਵਾਲੇ ਨੂੰ। ਉਹ ਕੌਣ ਆ ਕਰਨ ਵਾਲਾ? ਪ੍ਰਭ ਇੱਕ ਹੈ। There's only one God who's creator of the whole world. दूसर ना ही कोई। फिर वो जोड़ दिता गया है विदाउट him there is no one else. जो कुछ भी किया हुआ whatever in this world is created is done by ਅਸੀਂ ਵੀ ਕਈ ਵਾਰ ਕਹਿੰਦੇ ਨਾ ਅਸੀਂ ਆ ਪਿਕਚਰ ਕ੍ਰੀਏਟ ਕੀਤੀ ਆ ਜਾਂ ਕੁਝ ਕੀਤੀ ਹੈਗੀ ਆ, ਜੋ ਮਰਜ਼ੀ ਅਸੀਂ ਕਲੇਮ ਕਰੀ ਜਾਈਏ। ਅੱਜ ਆ ਤੁਸੀਂ ਇਸ ਹਫ਼ਤੇ ਦੀ ਤਾਂ ਜਾਣਾ ਹੈਗਾ ਤਾਂ ਤੁਹਾਨੂੰ ਪਤਾ ਲੱਗ ਜਾਣਾ ਵੀ ਉਹੋ ਹੀ ਕਰਦਾ ਤਾਂ ਉਹੀ ਤੁਹਾਤੋਂ ਵੀ ਕਰਵਾਉਂਦਾ ਹੈਗਾ ਜੋ ਕੁਛ ਕਰਦਾ ਹੈਗਾ। ਸੋ ਉਹਦਾ ਹੀ ਕੀਤਾ ਹੁੰਦਾ ਹੈਗਾ। ਐਵਰੀਥਿੰਗ ਇਜ਼ ਹਿਸ। ਓਕੇ, ਨਾਨਕ ਤਿਸ ਬਲਹਾਰਨੇ। हे ਨਾਨਕ ਸੇ that arm sacrifice to him। ਕਿਹਨੂੰ? ਜਲ ਲੱਲੇ ਨੂੰ ਸਿਆਰੀ ਲੱਗੀ ਆ। the one who is in water, the one who is in thal in the land। ਮਹੀਲ ਮਹੀ ਅਸਲ ਹੁੰਦਾ ਹੈਗਾ ਵਰਡ ਧਰਤੀ ਨੂੰ ਕਹਿੰਦੇ ਆ। ਜੋ ਵੀ ਧਰਤੀ ਦੇ ਸਰਫੇਸ ਤੋਂ ਉੱਤੇ ਹੈਗਾ ਸਾਰਾ ਕੁਝ ਉਹਨੂੰ ਕਹਿ ਦਿੰਦੇ ਮਹੀਲ। ਓਕੇ, ਕਹਿਣ ਦਾ ਮਤਲਬ ਹੈ ਥੱਲੇ ਵੀ ਪਾਣੀ ਦੇ ਵਿੱਚ ਵੀ ਧਰਤੀ 'ਤੇ ਵੀ ਤਾਂ ਧਰਤੀ ਦੇ ਉੱਪਰ ਵੀ ਜਾਨੀ ਸਕਾਈ ਦੇ ਵਿੱਚ ਵੀ ਛੁੱਟ ਵਾਹਿਗੁਰੂ ਤੋਂ ਦੇਰ ਨਥਿੰਗ ਐਲਸ ਬਟ ਹੈ ਜਿੰਨੀ ਵੀ ਬਾਕੀ ਸਪੇਸ ਹੈਗੀ। ਪਰ ਇਹ ਜਿਹੜਾ ਸੀਗਾ ਇਹ ਇਟਸ ਅ ਕੰਟੀਨਿਊਏਸ਼ਨ ਆਫ ਵੇਅਰ ਵੀ ਲੈਫਟ ਲਾਸਟ ਟਾਈਮ ਦ 10th ਆਸਪਦੀ। ਉਹਦੇ ਵਿੱਚ ਅਸੀਂ ਸ਼ੁਰੂ ਕੀਤਾ ਸੀ ਨਾ ਵੀ ਕ੍ਰੀਏਸ਼ਨ ਦੇ ਵਿੱਚ ਉਹਨੇ ਹੀ ਕ੍ਰੀਏਟਡ ਮੈਨੀ ਡਿਫਰੈਂਟ ਟਾਈਪਸ ਆਫ actually beings and species। ਅਸੀਂ ਉਹ ਸਾਰਾ ਕੁਝ ਉਹਨਾਂ ਦੇ ਵਿੱਚੋਂ ਹੀ ਟਾਈਪਸ ਦੇ ਵਿੱਚੋਂ ਕਈ ਬੰਦੇ ਜਿਹੜੇ ਹੈਗੇ ਆ ਉਹ ਪੁਜਾਰੀ ਬਣੇ ਹੋਏ ਆ। ਕੋਈ ਕਿਸੇ ਤਰ੍ਹਾਂ ਦਾ ਕੋਈ ਕਿਸੇ ਤਰ੍ਹਾਂ ਦਾ ਉਹਨਾਂ ਦੇ ਨਾਂ ਪਏ ਹੋ ਜਿੱਦਾਂ ਉਦੋਂ ਪਹਿਲੀ ਆਸਪਦੀ 'ਚ ਵੀ ਅਸੀਂ ਕਵਰ ਕੀਤੇ ਸੀਗੇ। ਸੋ this one is still talking about God who created all this and this is where they are talking about his rachana. Next, ਅਮਨ ਇਹਨੂੰ ਰੰਗ ਜਿਹਾ ਠੀਕ ਕਰ ਸਕਦੇ ਕਿਉਂਕਿ ਬਾਹਰ ਕਲੀਅਰ ਨਹੀਂ ਆ ਰਿਹਾ। ਇਹਨੂੰ ਪਾਸ ਕਰ ਦੋ। ਸੋਹਣੇ ਤੋਂ ਸਾਨੂੰ ਇਹ ਵੀ ਪਤਾ ਲੱਗ ਗਿਆ ਵੀ ਅਸੀਂ ਹੁਣ ਇਹਦੇ ਵਿੱਚ ਇਸ ਆਸਪਦੀ ਦੇ ਵਿੱਚ ਕੀ ਕੀ ਕਵਰ ਕਰਨਾ ਹੈਗਾ। ਰਾਈਟ, ਉਹ ਤੋਂ ਸਾਨੂੰ ਪਤਾ ਲੱਗ ਗਿਆ ਹੈਗਾ ਵੀ ਇੱਕ ਤਾਂ ਵਾਹਿਗੁਰੂ ਦੀ ਗੱਲ ਹੋਣੀ ਆ, ਵਾਹਿਗੁਰੂ ਦੀ ਰਚਨਾ ਦੀ ਗੱਲ ਹੋਣੀ ਹੈਗੀ ਆ ਵੀ ਜਿਹੜਾ ਸਾਰੇ ਥਾਂ ਤੇ ਹੈਗਾ ਵੀ ਦੈਟਸ ਵਾਟ ਵੀ ਆਰ ਗੋਇੰਗ ਟੂ ਐਕਚੁਅਲੀ ਟਾਕ ਅਬਾਊਟ ਇਨ ਦਿਸ ਆਸਪਦੀ। ਵੀ ਉਹ ਤੋਂ ਬਗੈਰ ਕੋਈ ਹੋਰ ਨਹੀਂ। ਜੋ ਕੁਝ ਵੀ ਕਰ ਰਿਹਾ whatever is happening he is the one, either he is doing it by himself or he's causing others to do that. So that's the main theme of this particular sloka. ਹੁਣ ਇਹਦੇ ਉੱਤੇ ਸ਼ੁਰੂ ਕੀਤਾ ਹੀ ਕਾਰਨ ਕਰਾਵਨ ਕਰਨਾ ਯੋਗ। ਯੋਗ ਦਾ ਮਤਲਬ ਹੁੰਦਾ ਹੈਗਾ ਗਗਨ ਵਿੱਚ ਲੱਗਾ ਹੈਗਾ ਔਂਕੜ ਜਿਹਦੇ ਵਿੱਚ ਸਮਰੱਥਾ ਹੋਵੇ। ਕਹਿੰਦਾ ਉਹ ਆਹ ਕਰਨ ਜੋਗਾ ਹੈਗਾ।
ਆ ਕਰਨ ਜੋਗਾ ਹੈਗਾ, ਜਿੱਦਾਂ ਕਹਿੰਦੇ ਤਾਂ ਉਹਦਾ ਯੋਗ ਦਾ ਇਹ ਮਤਲਬ, ਯੋਗ ਦਾ ਮਤਲਬ ਜੁੜਨਾ ਵੀ ਹੁੰਦਾ, ਪਰ ਇੱਥੇ ਜਿਹੜਾ ਹੈਗਾ ਲੱਗਾ ਆ ਉਹਦਾ ਮਤਲਬ ਹੈਗਾ ਵੀ ਜਿਹੜਾ ਸਮਰੱਥਾ ਰੱਖਦਾ ਹੋਵੇ। ਕਰਨ ਕਰਾਵਨ, ਕਰਨ ਫੇਰ ਵਾਹਿਗੁਰੂ, ਕਰਾਵਨ ਜੋ ਕੁਝ ਵੀ ਕੀਤਾ ਹੈਗਾ, ਕਰਨੇ ਜੋ। But they are saying is God has the ਦੂਜੇ ਅੱਖਰਾਂ ਤੇ ਏਦਾਂ ਕਰ ਲਓ, God is omnipotent, ਵੀ ਉਹਦੇ ਵਿੱਚ ਸਮਰੱਥਾ ਹੈਗੀ ਆ, he can do anything, okay? ਉਹ ਆਪ ਵੀ ਕਰ ਸਕਦਾ ਹੈਗਾ ਤੇ ਜਾਓ ਕਿਸੇ ਤੋਂ ਕਰਵਾ ਵੀ ਸਕਦਾ ਹੈਗਾ। ਸਾਰੀ ਜਿਹੜੀ ਉਹ ਸਮਰੱਥਾ ਹੈਗੀ, all that is within God। ਜੋ ਤਿਸ ਭਾਵੈ ਸੋਈ ਹੋ, whatever pleases him, that's what happens। So ਇਹ ਨਹੀਂ ਹੋਵੇ ਅਸੀਂ we make something happen, whatever pleases him that happens, okay? ਖਿਨਮੈ ਥਾਪ ਉਥਾਪਨਹਾਰਾ, ਖਿਨਮੈ in an instant, okay? ਉਹ ਜਿਹੜੀ ਹੈਗੀ ਸਾਰੀ ਕ੍ਰੀਏਸ਼ਨ ਜਿਹੜੀ ਹੈਗੀ he creates in a creation the whole world in an instant। ਇੱਕੋ ਕਵਾਓ ਤੇ ਹੋਏ ਲੱਖ ਦਰਿਆਓ ਆਪਾਂ ਕੀਤਾ ਸੀ ਕਿ ਨਹੀਂ, ਵੇਖ ਕੇ ਹੀ ਅੱਖਰ ਕੀਤਾ ਤਾਂ ਸਾਰਾ ਕੁਝ ਬਣਾਤਾ। ਤੋ ਇੱਕ ਖਿੰਨ ਦੇ ਵਿੱਚ ਕਰਕੇ ਜਦ ਉਹਨੇ ਸਮੇਟਣੀ ਵੀ ਹੈਗੀ ਆ, ਉਹ ਥਾਪਨਹਾਰਾ ਉਹਨੂੰ ਖਤਮ ਕਰਨਾ, ਡਿਸਟਰੋਏ ਵੀ ਕਰਨਾ ਹੈਗਾ, ਉਦੋਂ ਵੀ ਇੱਕ ਖਿੰਨ 'ਚ। ਐਂਡ ਹੀ ਇਜ਼ ਦਾ ਵਨ ਹੂ ਇਜ਼ ਏਬਲ ਟੂ ਡੂ ਦੈਟ, ਓਕੇ? ਥਾਪਨਹਾਰਾ ਇਟਸ ਅ ਨਾਊਨ, he is the destroyer who can do it in an instant also, okay? ਅੰਤ ਨਹੀਂ ਕਿਛ ਪਾਰਾਵਾਰਾ। ਹੁਣ ਇਹਦੇ ਵਿੱਚ ਗੁਰੂ ਸਾਹਿਬ ਕਹਿ ਰਹੇ ਹੈਗੇ ਆ, ਅੰਤ ਨਹੀਂ ਕਿਛ ਪਾਰਾਵਾਰਾ, there's no boundary to it। ਪਾਰਾਵਾਰਾ ਉਰਲਾ ਬੰਨਾ ਪਰਲਾ ਬੰਨਾ, there's no limitation to it। What he can do anything because he's omnipotent। ਉਹਦੇ ਵਿੱਚ ਇੰਨੀ ਸਮਰੱਥਾ ਹੈਗੀ ਆ, ਜੋ ਕੁਝ ਵੀ ਕਰਨਾ ਮੰਗਦਾ he can do it। ਸੋ ਉਹਦੇ ਵਿੱਚ ਕੋਈ ਲਿਮਿਟੇਸ਼ਨ ਨਹੀਂ, there is no limitation to his potential, what he can do। ਹੁਕਮੇ ਧਾਰ, ਹੁਕਮੇ ਧਾਰ, ਧਾਰ ਦਾ ਮਤਲਬ ਹੁੰਦਾ ਹੈਗਾ ਵੀ ਕਿਸੇ ਚੀਜ਼ ਨੂੰ ਵੀ ਰੱਖਣਾ। ਇੱਥੇ ਕਹਿਣਾ ਮੈਂ ਡਾਕਟਰ ਰੱਖ ਦਿੱਤਾ ਹੈਗਾ, ਇੱਦਾਂ ਉਹਨੇ whatever is in the world, ਉਹਦੇ ਹੁਕਮ ਦੇ ਵਿੱਚ he has created that in his ਹੁਕਮ। ਅਤਰ ਰਹਾਵੇ, ਹੁਣ ਤੁਸੀਂ ਆਪ ਹੀ ਦੇਖ ਲਓ, when he created the earth, galaxies, stars or whatever, ਉਹਨਾਂ ਦੇ ਕਿਸੇ ਤਰ੍ਹਾਂ ਕੋਈ ਥੰਮੀ ਤਾਂ ਨਹੀਂ ਦਿੱਤੀ ਹੈਗੀ ਵੀ ਉਹਨਾਂ ਨੂੰ ਰੱਖਿਆ ਹੈਗਾ, ਓਕੇ? ਅਤਰ ਦਾ ਮਤਲਬ ਹੁੰਦਾ ਹੈਗਾ ਵਿਦਆਊਟ ਐਨੀ ਸਪੋਰਟ, ਵਿਦਆਊਟ ਐਨੀ ਆਸਰਾ। So whatever he creates, he keeps it without actually putting any support underneath it, okay? ਅਤਰ ਰਹਾਵੇ, ਹੁਕਮੇ ਉਪਜੇ, in his command everything is created। ਉਪਜੀ ਹੈਗੀ ਆ, ਜਿੱਦਾਂ ਅਸੀਂ ਖਾਣੀਆਂ ਦਾ ਵੀ ਕੀਤਾ ਸੀਗਾ, ਬੰਦੇ ਜੰਮਦੇ ਹੈਗੇ ਆ ਜਾਂ ਉਤਪਜ ਪੈਦਾ ਹੁੰਦੀ ਹੈਗੀ ਆ, ਜੋ ਕੁਝ ਵੀ ਹੁੰਦਾ, everything happens in his command, in his order, by his order। ਹੁਕਮ ਸੰਭਾਵੈ, ਤਾਂ ਹੁਕਮ ਦੇ ਵਿੱਚ ਹੀ ਸਾਰਾ ਕੁਝ ਹੀ merges back into him। ਤਾਂ ਹੀ ਜਦੋਂ ਕੀਤਾ ਸੀ ਨਾ ਸੁਣਦੀ ਸਮਾਧੀ ਵਾਲੀ ਸਟੇਜ, ਜਦੋਂ ਉਹਨੇ ਸਾਰਾ ਕੁਝ ਕੀਤਾ ਸੀ, ਇੱਕੋ ਕਵਾਓ ਇੱਕ ਦਿਨ ਇੱਦਾਂ ਦਾ ਹੋਣਾ ਜਿੱਦਣ ਉਹਨੇ ਸਾਰਾ ਕੁਝ ਸਮੇਟ ਲੈਣਾ। ਅਸਲੀ ਪਿਛਲੀ ਆਸਤੀਵਾਦੀ ਦੇ ਵਿੱਚ ਦੇਖਿਆ ਸੀਗਾ but this happened many times, nobody can tell how many times it happened। तो ਉਹਦੇ ਹੁਕਮ ਦੇ ਵਿੱਚ ਹੀ ਉਹ ਸਾਰਾ ਕੁਝ ਸਮਾਉਣਾ ਹੈਗਾ, everything is going to happen in that। ਹੁਕਮੇ ਊਚ ਨੀਚ ਵਿਵਹਾਰ, ਵਿਵਹਾਰ ਦਾ ਮਤਲਬ ਹੁੰਦਾ ਕਿ ਕੋਈ ਵੀ ਚੀਜ਼ ਦੀ ਕੰਮ ਕਰਨਾ ਜਾਂ ਵਰਤੋਂ ਕਰਨੀ, ਓਕੇ? ਜਿੰਨੇ ਵੀ ਲੋਲੀਆ ਜਾਂ ਐਗਜ਼ਾਲਟਡ ਪਰਸਨ ਹੈਗੇ ਆ, ਓਕੇ? ਐਗਜ਼ਾਲਟਡ ਪਰਸਨ ਕੌਣ ਹੈਗੇ? ਜਿਹੜੇ ਭਗਤੀ ਕਰਦੇ ਹੈਗੇ। ਲੋਲੀ ਜਿਹੜੇ ਹੈਗੇ ਬਿਲਕੁਲ ਮਨਮੁਖ ਜਿਹੜੇ ਹੈਗੇ। ਗੁਰਮੁਖ ਤਾਂ ਮਨਮੁਖ ਦੀ ਤੁਸੀਂ ਐਗਜ਼ਾਮਪਲ ਸਦਾ ਮਨ ਦੇ ਵਿੱਚ ਰੱਖੋ ਵੀ ਕੋਈ ਵੀ ਨੀਚ ਜਿਹੜਾ ਹੈਗਾ ਨਾ, ਊਚ ਨੀਚ,
ਵੱਡਾ ਛੋਟਾ ਜਿਹੜਾ ਸਾਰਾ ਕੁਝ ਹੈਗੇ ਆ ਜਿਹੜੇ ਉਹਨਾਂ ਦੀ ਵਰਤੋਂ ਕਰਾਉਂਦਾ ਹੈਗਾ। ਮੈਂ ਤੁਹਾਨੂੰ ਦੱਸਿਆ ਸੀ ਨਾ ਪਹਿਲਾਂ ਜਦ ਸ਼ੁਰੂ ਦੇ ਵਿੱਚ ਕੀਤਾ ਵੀ ਸਭ ਕੁਝ ਉਹੀ ਕਰਵਾ ਰਿਹਾ ਹੈਗਾ, ਵੀ ਇਹ ਨਹੀਂ ਵੀ ਅਸੀਂ ਕਰਦੇ ਹੈਗੇ ਕਿਸੇ ਨੂੰ ਨੀਚ ਬਣਾ ਕੇ ਕਿਸੇ ਨੂੰ ਉੱਚਾ ਬਣਾ ਕੇ। whatever is happening, it is his doing, God's doing। ਹੁਕਮੇ ਅਨੇਕ ਰੰਗ ਹੁੰਦਾ ਹੈਗਾ ਵੀ ਕੋਈ ਵੀ ਰੰਗ ਤਮਾਸ਼ੇ ਜਾਂ ਕੋਈ ਵੀ ਜਿਹੜੀ ਹੈਗੀ ਅਮਿਊਜ਼ਿੰਗ ਇਨਸੀਡੈਂਟਸ ਐਟਸੈਟਰਾ ਵੀ ਜਿਹੜੇ ਸਾਨੂੰ ਪਲੀਜ਼ ਕਰਦੇ ਹੈਗੇ ਆ। ਵੀ ਦੁਨੀਆ ਦੀ ਕਹਿੰਦਾ ਬੜੀ ਕਹਿੰਦਾ ਰੰਗਲੀ ਆ ਦੁਨੀਆ, ਇਹਦੇ ਵਿੱਚ ਕਿੰਨੇ ਰੰਗ ਤਮਾਸ਼ੇ ਹੋ ਰਹੇ ਹੈਗੇ ਆ। ਜਿੱਦਾਂ ਅਸੀਂ ਕਹਿੰਦੇ ਉਸ ਰੰਗ ਦੀ ਗੱਲ ਹੋ ਰਹੀ, ਇੱਥੇ ਪਿਆਰ ਦੀ ਨਹੀਂ ਗੱਲ ਹੁੰਦੀ। ਰੰਗ ਦਾ ਮਤਲਬ ਪਿਆਰ ਵੀ ਹੁੰਦਾ, ਰੰਗ ਦਾ ਮਤਲਬ ਰੰਗ ਵੀ ਹੁੰਦਾ। ਇੱਥੇ ਹੁਣ ਗੱਲ ਹੋ ਰਹੀ ਹੈਗਾ ਰੰਗ ਤਮਾਸ਼ਿਆਂ ਦੀ। ਓਕੇ, ਅਨੇਕ ਪ੍ਰਕਾਰ ਬਹੁਤ ਤਰ੍ਹਾਂ ਦੇ ਇਦਾਂ ਦੇ ਅਮਿਊਜ਼ਿੰਗ ਇਨਸੀਡੈਂਟ ਜਿਹੜੇ ਹੈਗੇ ਆ ਹੀ ਹੈਜ਼ ਕ੍ਰੀਏਟਡ ਇਨ ਦਿਸ ਵਰਲਡ। ਘਰ ਦੇਖਿਆ, ਹੁਣ ਇਹਦੇ ਵਿੱਚ ਹੈਗਾ ਘਰ ਰਾਰੇ ਨੂੰ ਸਿਆਰੀ ਲੱਗੀ ਹੈਗੀ ਆ। by forming these things or doing these things, ਜੋ ਕੁਝ ਵੀ ਉਹ ਕ੍ਰੀਏਟ ਕਰਦਾ by creating these things, okay, ਦੇਖਿਆ he is seeing his own greatness। ਵੀ ਜੋ ਕੁਝ ਵੀ ਉਹਨੇ ਕੀਤਾ ਹੈਗਾ ਨਾ, ਵੀ ਉਹਦਾ ਜਿੱਦਾਂ ਅਸੀਂ ਕਹਿੰਦੇ ਹੈਗੇ ਨਾਨਕ ਬਿਕਸਾ ਬੇਪਰਵਾਹ, ਵੀ ਜੋ ਕੁਝ ਵੀ ਉਹ ਕਰ ਰਿਹਾ ਹੈਗਾ, ਜੋ ਕੁਝ ਵੀ ਇੱਥੇ ਸਾਹ ਰਿਹਾ, ਆਪਣਾ ਰਾਹ ਚਲਾ ਰਿਹਾ, ਧਰਤੀ ਸਾਰੇ ਕੁਝ ਕਰ ਰਿਹਾ ਹੈਗਾ। ਪਰ ਵਿਕਸਾ ਦਾ ਮਤਲਬ he is blossom, he enjoys it, he is in bliss by watching what is this khel is happening, you know, he is watching that। ਜਿੱਦਾਂ ਅਸੀਂ ਖੇਲ ਦੇਖ ਕੇ ਕਿਸੇ ਨੂੰ ਖੁਸ਼ ਹੁੰਦੇ ਆ ਗੇਮ ਵਗੈਰਾ, so he is actually watching his own khel and then he is, you know, actually in bliss by that। ਕਿਉਂ? ਕਿਉਂਕਿ ਉਹਨੂੰ ਇਦਾਂ ਤਾਂ ਹੈ ਹੀ ਨਹੀਂ ਵੀ ਅਸੀਂ ਹੁਣ ਖੇਡ ਦੇਖਣ ਜਾਣਾ ਹੈਗਾ ਵੀ ਡਾਊਨਟਾਊਨ ਜਾਵਾਂਗੇ ਤਾਂ ਟਿਕਟ ਲੈ ਕੇ ਤਾਂ ਫਲਾਣੇ ਦਾ, ਉਹ ਤਾਂ ਸਾਰਿਆਂ ਦੇ ਵਿੱਚ ਹੀ ਸਮਾਇਆ ਹੈ। He is prevailing in every and each one, he is there, so he is watching that care and being in bliss। Okay, next one। ਹੁਣ ਇਹਦੇ ਵਿੱਚ ਆ ਗਿਆ ਵੀ ਜੋ ਕੁਛ ਉਹਨੂੰ ਮੁੜ ਕੇ ਆਉਣਾ, ਪ੍ਰਭ ਪਾਵੈ ਪ੍ਰਭ ਪਾਵੈ ਪ੍ਰਭ ਪਾਵੈ ਪਪ ਪਾਵੈ, whatever pleases God, ਜੋ ਕੁਛ ਵੀ ਉਹਨੂੰ ਚੰਗਾ ਲੱਗਦਾ ਹੈਗਾ। ਪ੍ਰਭ ਪਾਵੈ ਤਾਂ ਉਹੀ ਕੁਛ ਹੋਣਾ। ਪ੍ਰਭ ਪਾਵੈ ਮਾਨੁਖ ਗਤ ਪਾਵੈ। ਗਤ ਦਾ ਮਤਲਬ ਕੀ ਹੁੰਦਾ ਹੈਗਾ? ਗਤੀ ਪਾ ਲੈਣੀ, ਪਰਮ ਪਦ ਪਾ ਲੈਣਾ, ਮੁਕਤੀ ਪਾ ਲੈਣੀ, ਐਗਜ਼ਾਲਟਡ ਸਟੇਟ ਦੇ ਵਿੱਚ ਅਚੀਵ ਕਰ ਲੈਣੀ ਹੈਗੀ ਆ। ਉਹ ਸਾਰੀਆਂ ਉਹਨੂੰ ਕਹਿੰਦੇ ਗਤ। ਓਕੇ, ਪ੍ਰਭ ਪਾਵੈ ਮਾਨੁਖ ਗਤ ਪਾਵੈ। ਇਫ ਇਟ ਪਲੀਜ਼es God, then and only then ਮਾਨੁਖ ਗਤ ਪਾਵੈ, the person is exalted in the spiritual state or he achieves salvation। Okay, ਪ੍ਰਭ ਪਾਵੈ, if it pleases God, ਤਾਂ then ਪਾਥਰ ਤਰਾਵੈ। ਹੁਣ ਇਹਦਾ ਮਤਲਬ ਇਹ ਨਹੀਂ ਵੀ ਜਿਹੜੇ ਉੱਥੇ ਗੱਲ ਹੋ ਰਹੀ ਆ ਕਿ ਵੀ ਪੱਥਰਾਂ ਨੂੰ ਤਰਾਤਾ ਤਾਂ ਰਾਮਚੰਦਰ ਜੀ ਨੇ ਪੁਲ ਬਣਾਤਾ ਤਾਂ ਉਹਦੇ ਵਿੱਚ ਲੰਘ ਕੇ ਚਲੇ ਗਏ। You can actually look at it that way, ਵੀ ਜੇ ਉਹਨੇ ਕਰਨਾ ਉਹ ਕਰ ਸਕਦਾ। ਪਰ ਇੱਥੇ ਮਤਲਬ ਹੁੰਦਾ ਤਰਾਵੇ ਦਾ ਮਤਲਬ ਹੈਗਾ ਵੀ ਜਿਹੜੇ ਪੱਥਰ ਦੇ ਲੋਕੀ ਹੈਗੇ ਆ, stone hearted person, even then them, you know, he can actually get them across this terrific ocean। ਉਹਨਾਂ ਨੂੰ ਵੀ ਤਰਾ ਦਿੰਦਾ ਹੈਗਾ। Okay, if it pleases him। ਪ੍ਰਭ ਪਾਵੈ ਤਾਂ ਪਤਿਤ ਉਧਾਰੈ, ਬਿਨ ਸਾਸ ਤੇ ਉਹ ਪ੍ਰਭ ਪਾਵੈ ਬਿਨ ਸਾਸ ਤੇ ਰਾਖੈ। If it pleases him, he can even makes people live without the breath of life, ਸਾਸ ਤੋਂ ਬਗੈਰ। ਹੁਣ ਕਈ ਵਾਰੀ ਇਦਾਂ ਦੇ ਅਸੀਂ ਇਨਸੀਡੈਂਟ ਵਗੈਰਾ ਅਸੀਂ ਪੜ੍ਹ ਲੈਂਦੇ ਹੈਗੇ ਆ ਜੀ, ਫਲਾਣਾ ਗਿਆ ਸੀਗਾ, ਉਹ ਡਿੱਗ ਪਿਆ ਪਾਣੀ ਦੇ ਵਿੱਚ ਚਲੇ ਗਿਆ ਤਾਂ ਉਹ ਇੰਨੀ ਦੇਰ ਪਿਆ ਰਿਹਾ, ਫਰੀਜ਼ ਹੋ ਗਿਆ ਤਾਂ ਫਲਾਣਾ ਤਿੰਕੜਾ ਜਦੋਂ ਉਹਨੂੰ ਕੱਢਿਆ ਤਾਂ ਹੀ ਵਾਜ਼ ਕਾਈਂਡ ਆਫ ਡੈਡ, ਯੂ ਨੋ, ਐਕਚੁਅਲੀ ਬਾਅਦ ਦੇ ਵਿੱਚ ਜਦੋਂ ਦੇਖਿਆ ਤਾਂ ਹੀ ਰਿਵਾਈਵਡ, ਯੂ ਨੋ, ਲੇਟਰ ਔਨ। ਓਕੇ,
ਸੋ ਜੇ ਉਹਦੇ ਮਨ ਦੇ ਵਿੱਚ ਹੈਗਾ ਭਾਵੇਂ ਸਾਹ ਆਉਂਦਾ ਚਾਹੇ ਨਹੀਂ ਵੀ ਆਉਂਦਾ ਹੈਗਾ, ਵੀ ਜੇ ਉਹਨੇ ਰੱਖਣਾ ਹੈਗਾ ਹੀ ਕੈਨ ਡੂ ਦੈਟ, ਕਿਉਂਕਿ ਉਹਦੇ ਵਿੱਚ ਸਮਰੱਥਾ ਹੈਗੀ ਆ। ਹੀ ਇਜ਼ ਓਮਨੀਪੋਟੈਂਟ, ਕਿ ਉਹਦੇ ਵਿੱਚ ਸਾਰੇ ਤਰ੍ਹਾਂ ਦੀ ਤਾਕਤ ਹੈਗੀ ਆ। ਵਟਐਵਰ ਹੀ ਪਲੀਜ਼ਸ ਹੀ ਕੈਨ ਡੂ ਇਟ। ਓਕੇ, ਪ੍ਰਭ ਭਾਵੇ ਤਾਂ ਹਰ ਗੁਣ ਗਾਵੇ। If it pleases him, then immortal can sing his glories. ਹਰੀ ਦੇ ਗੁਣ ਗਾ ਸਕਦਾ ਹੈ। ਹੁਣ ਤੁਸੀਂ ਇਹ ਦੇਖੋ ਵੀ ਇਹ ਕਿੱਥੇ ਸਾਨੂੰ ਲਿਜਾ ਰਹੀ ਹੈਗੀ ਆ। ਇਹਦੇ ਵਿੱਚ ਬਾਰ-ਬਾਰ ਇਹ ਦੱਸ ਰਿਹਾ ਹੈ ਵੀ ਜੋ ਕੁਝ ਵੀ ਹੋ ਰਿਹਾ ਹੈਗਾ ਨਾ, it is happening because that is what is in the will of God. God ਦੀ will ਦੇ ਵਿੱਚ ਹੈਗਾ। ਹੁਣ ਜਦ ਆਪਾਂ ਕੀਤਾ ਵੀ ਸੀਗਾ, ਜਿਹੜੀ ਅਸੀਂ 2 ਕਲਾਸਾਂ ਲਾਈਆਂ ਸੀਗੀਆਂ, ਉਹਦੇ ਵਿੱਚ ਵਿਲ ਦੀ ਗੱਲ ਕੀਤੀ ਸੀ ਨਾ, you still have to look at it that this way. There's a greater will, okay, larger will, you can say that, which has boundaries, and that is God's will. ਉਹਦੇ ਵਿੱਚ ਹੀ ਮਨਮੁਖ ਆ, ਉਹਦੇ ਵਿੱਚ ਹੀ ਗੁਰਮੁਖ ਲੋਕੀ ਹੈਗੇ ਆ। That is still in the will. ਚਾਹੇ ਕਿਸੇ ਨੇ ਮਨਮੁਖ ਬਣਨਾ, ਚਾਹੇ ਕਿਸੇ ਨੇ ਗੁਰਮੁਖ ਬਣਨਾ ਹੈਗਾ, but that is still within his larger will. Okay? ਕਿਉਂਕਿ ਉਹਨੂੰ ਕੀ ਪਾ ਰਿਹਾ ਹੈਗਾ, since he created everybody, the human being as the supreme being, he didn't want them to be zombies. ਵੀ ਜੋ ਕੁਝ ਬਾਕੀ ਕਰਦੇ ਉਹੀ ਕਰਦੇ, ਜਾਂ ਐਨੀਮਲ ਜਿਹੜੀਆਂ ਬਾਕੀ ਸਪੀਸੀਜ਼ ਸੀਗੀਆਂ, they were in his command, he moved them automatically to the next stage. But in this human being, he gave them that choice. ਤੁਸੀਂ ਮਨਮੁਖ ਬਹਿ ਕੇ ਰਹਿਣਾ, be it. ਗੁਰਮੁਖ ਬਹਿ ਕੇ, but still it is in his will. So that's the point, actually, which is being made in this Aspadi. ਵੀ ਜੋ ਕੁਝ ਵੀ ਹੋ ਰਿਹਾ, it is in his larger will, because that's what pleases him. And ਜੇ ਕੋਈ ਗੁਣ ਗਾ ਰਿਹਾ ਹੈਗਾ, ਕਿਉਂਕਿ he is being ਗੁਰਮੁਖ, ਪਰ ਉਹਦੀ ਉਹ will ਦੇ ਵਿੱਚ ਹੀ ਹੋ ਰਿਹਾ ਹੈਗਾ ਜੋ ਕੁਝ ਹੋ ਰਿਹਾ ਹੈਗਾ। ਪ੍ਰਭ ਭਾਵੈ ਤਾਂ ਪਤਤ ਉਦਾਰੇ, ਅਪਾਸਟੇਟਸ। ਹੁਣ ਪਤਤ ਜਿਹੜਾ ਆਉਂਦਾ ਹੈਗਾ, ਅਸੀਂ ਬਹੁਤ ਵਾਰੀ ਇਹਨੂੰ ਬਹੁਤ ਇਸ ਸੈਂਸ 'ਚ ਲੈ ਲੈਂਦੇ ਹਾਂ ਲਿਟਰਲੀ, ਕਹਿੰਦਾ ਉਹੀ ਪਤਤ ਹੈ ਜਿਹਨੇ ਅੰਮ੍ਰਿਤ ਛਕ ਲਿਆ, ਜੇ ਅੰਮ੍ਰਿਤ ਬ੍ਰੇਕ ਕਰ ਲਿਆ ਤਾਂ ਉਹ ਪਤਤ ਹੋ ਗਿਆ। ਬਟ ਇਟਸ ਮੋਰ ਦੈਨ ਦੈਟ। ਪਤਤ ਦਾ ਮਤਲਬ ਇਹ ਹੈਗਾ ਵੀ ਜੋ ਵੀ ਕੁਦਰਤ ਨੇ ਸਾਨੂੰ ਦਿੱਤਾ ਹੈਗਾ, ਵੀ ਉਸ ਹਿਸਾਬ ਨਾਲ ਜੇ ਕੋਈ you did not live according to their want, you have degraded from what God created. Okay? ਹੁਣ ਇਹਦੇ ਵਿੱਚ ਗੁੱਸਾ ਨਹੀਂ ਕਰਨਾ ਹੈਗਾ ਵੀ ਜੇ ਕਿਸੇ ਨੇ ਬਾਲ ਮਨਾਏ ਜਾਂ ਰੱਖੇ ਹੋਏ ਹੈਗੇ ਆ। ਹੁਣ ਜੇ ਗਾਡ ਨੇ ਕ੍ਰੀਏਟ ਕੀਤੇ, ਤੁਸੀਂ ਮਨਾਏ ਹੈਗੇ ਆ, you are also ਪਤਤ, because you are not living according to his will. He gave you a swaroop and you decided, being a manmukh, that I don't like it, I can look better or more prettier by cutting it. Okay? So ਇਸ ਕਰਕੇ ਉਹ ਜਿਹੜਾ ਹੈਗਾ ਨਾ, ਉਹਨੂੰ ਵੀ ਪਤਤ, ਜਾਨੀ ਪਤਤ ਦਾ ਮਤਲਬ ਹੁੰਦਾ ਕੋਈ ਵੀ ਆਪਣੇ ਧਰਮ ਦੇ ਜਾਂ ਜਿਹੜੇ ਅਸੂਲ ਹੈਗੇ ਉਹਨਾਂ ਤੋਂ ਡਿੱਗ ਪਏ, ਉਹਨੂੰ ਪਤਤ ਕਹਿੰਦੇ ਹੈਗੇ। ਪਰ ਜੇ ਉਹਦੇ ਮਨ ਦੇ ਵਿੱਚ ਆ ਜਾਵੇ, if he will, he can do that. Okay? ਹੁਣ ਇਹਦੇ ਵਿੱਚ ਇੱਕ ਪੁਆਇੰਟ ਜਿਹੜਾ ਹੈਗਾ ਬਹੁਤ ਸਮਝਣ ਵਾਲਾ ਹੈਗਾ, ਵੀ ਮਨ ਦੇ ਵਿੱਚ ਇਦਾਂ ਨਹੀਂ ਆ ਜਾਂਦਾ ਵੀ ਵਾਹਿਗੁਰੂ ਦੇ ਹੁਣ ਆ ਗਿਆ ਹੈਗਾ, ਵੀ ਹੁਣ ਇੱਥੇ ਅਜਮੇਰ ਬੈਠਾ ਹੈਗਾ, ਇਹ ਕੰਮ ਕੋਈ ਕਰਮ ਵੀ ਕਰੀ ਜਾਂਦਾ ਹੈਗਾ, ਤਾਂ ਹੁਣ ਮੈਂ ਇਹਨੂੰ ਉਦਾਸ ਦਵਾਂ। ਨਹੀਂ, ਉਹਦੇ ਸਟਿਲ ਹੀ ਹੈਜ਼ ਰੂਲਸ। ਜਿਹੜੀਆਂ ਚੀਜ਼ਾਂ ਉਹਨੂੰ ਪਲੀਜ਼ ਕਰਦੀਆਂ ਹੈਗੀਆਂ, देयर इज अ ਹੁਕਮ, देयर आर ਰੂਲਸ ਫॉर दैट वन। ਇਫ ਆਈ ਫੋਲੋ दैट ਰੂਲਸ, ਮੈਂ ਪਤਤ ਹੈਗਾ ਵੀ ਆ। ਹੁਣ ਮੈਂ ਲਾਪਿਆ ਹੈਗਾ, ਗੁਰੂ ਦੇ ਲੜ ਲੱਗ ਗਿਆ, ਮੈਂ ਚਾਹੁੰਦਾ ਹੈਗਾ ਵੀ ਮੈਨੂੰ ਗੁਰੂ ਸਿੱਖਿਆ ਦੇਵੇ, ਮੈਂ ਆਈ ਵਾਂਟ ਟੂ ਹੁਣ now I want to change myself and I want to change my destiny, ਜਿੱਦਾਂ ਮੈਂ ਤੁਹਾਨੂੰ ਦੱਸਿਆ ਸੀ ਨਾ, I want ਤਾਂ ਉਹ ਵੀ ਜਿਹੜਾ ਪ੍ਰਭ ਦੀ ਵਿਲ ਦੇ ਵਿੱਚ ਆ ਜਾਂਦਾ ਹੈਗਾ, then he can even actually ਮੇਰੇ ਵਰਗੇ ਪਤਤ ਨੂੰ ਵੀ ਉਹ ਦੱਸ ਸਕਦਾ, that's what it means. ਪਤਤ ਉਦਾਰੇ ਆਪ ਕਰੇ ਆਪਨ ਵਿਚਾਰੇ।
whatever happen he does it। ਇਹਦੇ ਉੱਤੇ ਹੁਣ ਜ਼ੋਰ ਦੇ ਦਿੱਤਾ ਹੈਗਾ ਆਪਨ ਵਿਚਾਰੇ, ਕਿਉਂਕਿ ਜੋ ਕੁਝ ਵੀ ਉਹ ਕਰਦਾ ਹੈਗਾ whatever decision he makes it is based on his own contemplation। he does not seek any advice from anybody else। ਇੱਦਾਂ ਦੇ ਬਹੁਤ ਸ਼ਬਦ ਆਉਂਦੇ ਹੈਗੇ ਗੁਰਬਾਣੀ ਦੇ ਵਿੱਚ ਜਿੱਥੇ ਹੋਵੇ, and that's what it means up here, ਵਿਚਾਰਾ। okay, so ਅੱਗੇ ਜੋ ਭਾਵ ਹੈ ਸੋ ਕਾਰ ਕਰਾਵਾ। दोहा से ਦੋਹਾਂ ਸਿਰਿਆਂ ਦਾ ਆਮ ਸੌਰੀ ਦੋਹਾਂ ਸਿਰਿਆਂ ਦਾ ਆਪ ਸੁਆਮੀ। ਦੋ ਸਿਰੇ ਕਿਹੜੇ ਹੈਗੇ ਆ? ਦੋ ਸਿਰੇ ਹੈਗੇ ਆ, ਇੱਕ ਆ ਜਿਹੜੇ ਲੋਕ ਜਿੱਥੇ ਅਸੀਂ ਰਹਿੰਦੇ ਆ ਦਿਸ ਵਰਲਡ ਐਂਡ the other one is after world। ਇਹਨਾਂ ਨੂੰ ਕਹਿੰਦੇ ਦੋ ਸਿਰੇ। so those are the two ends and whatever at the end and between। ਇਹਦਾ ਮਤਲਬ ਇਹ ਨਹੀਂ ਜੋ ਕਿ ਸਿਰਫ ਉੱਥੇ ਹੀ ਐਂਡ ਦੀ ਗੱਲ ਹੋ ਰਹੀ ਹੈਗੀ ਆ। whatever ਦੋਹਾਂ ਸਿਰਿਆਂ ਦੇ ਵਿਚਾਲੇ ਵੀ ਤਾਂ ਦੋਹਾਂ ਸਿਰਿਆਂ ਤੱਕ ਵੀ ਜੋ ਕੁਝ ਵੀ ਹੋ ਰਿਹਾ ਹੈਗਾ ਉਹ ਸਾਰੇ ਕਾਸੇ ਦਾ he is the master of that। he controls all that। God controls all that। ਕਿਉਂਕਿ ਪ੍ਰਭ ਭਾਵ ਹੈ, ਕਿਉਂਕਿ everything is within his will, even here or in the afterworld। ਖੇਲਾ ਹੁਣ ਆ ਗਿਆ ਕਿ ਨਹੀਂ? ਫੇਰ ਉਹ ਨਾਨਕ ਵਿਕਸੇ ਵਾਲਾ ਖੇਲਾ ਬਿਗਸਾ ਅੰਤਰਜਾਮੀ, the one who knows, who is the knower of all the hearts। ਉਹ ਕੀ ਕਰ ਰਿਹਾ ਹੈਗਾ? he's playing, ਉਹ ਖੇਲ ਰਿਹਾ ਹੈਗਾ। okay, ਉਹ ਇਹ ਗੇਮ ਖੇਲ ਰਿਹਾ। ਹੁਣ ਉਹ ਸੁਨ ਸਮਾਧੀ ਦੇ ਵਿੱਚ ਨਹੀਂ ਹੋ, he is in that state where he is watching this play, and as he plays, watches it, he is in bliss। ਹੁਣ ਕਿਸੇ ਚੀਜ਼ ਦਾ ਕੋਈ ਫਿਕਰ ਨਹੀਂ ਜਾਂ ਕੁਛ ਨਹੀਂ ਹੈਗਾ, ਜਾਂ ਇਦਾਂ ਨਹੀਂ ਹੋ ਗਿਆ ਵੀ ਇਹਨੇ ਆਹ ਕਰ ਦਿੱਤਾ ਉਹ ਕਰ ਦਿੱਤਾ ਇਹਦੇ ਕਰਕੇ ਖਰਾ ਕੀ ਹੋ ਜਾਣਾ ਹੈਗਾ। he is always in bliss। ਜੋ ਭਾਵੈ ਸੋ ਕਾਰ ਕਰਾਵੈ, whatever pleases him। ਜੋ ਸੋ ਕਾਰ ਕਰਾਵੇ, that's what he makes others to do। ਜੇ ਕੋਈ ਕਹੇ ਮੈਂ ਆਪਣੇ ਆਪ ਕਰ ਲਿਆ ਹੈਗਾ ਆ ਕਰ, you cannot do that। ਮੈਂ ਕਹਾਂ ਵੀ ਮੈਂ ਜਾ ਕੇ ਤਾਂ ਐਗਜ਼ਾਮ ਪਾਸ ਕਰ ਲਿਆ ਵੀ ਆਪਣੀ ਮਿਹਨਤ ਨਾਲ ਕਰ ਲਿਆ ਹੈਗਾ, you are wrong। ਸਪੋਜ਼ ਕੱਲ ਨੂੰ ਤੁਹਾਨੂੰ ਬ੍ਰੇਨ ਡੈਡ ਕਰ ਦਿੰਦਾ ਤਾਂ ਤੁਸੀਂ ਕਰ ਸਕਦੇ ਸੀਗੇ। because he wanted it to happen that way, that's why everything is occurring। okay, नानक दिसती अवनाव है, हे नानक say I do not see anyone else besides him। he is the one who's actually doing everything। so इत्थे गुरु नानक देव जी sharp मोड़ ला के जड़ी हैगी आ ना, by putting the stamp he's saying I don't see anybody else, he is the one who's actually doing all that। everything is happening under his control, under his will। okay, next one। ਕਹ ਮਾਨਕ ਤੇ ਕਿਆ ਹੋਏ ਆ ਮੈਂ ਹੁਣ ਇਹਦੇ ਵਿੱਚ ਕਲੀਅਰ ਕਰ ਦਿੱਤਾ, ਹੋਰ ਵੀ ਅਗਲੀ ਕਹ ਦੱਸੋ ਦੱਸੋ ਮੈਨੂੰ ਦੱਸੋ ਮਾਨਕ ਤੇ ਕਿਆ ਹੋਆ ਵੇ। what can a mere mortal do? ਵੀ ਉਹ ਕੀ ਕਰ ਸਕਦਾ ਹੈ। ਇੱਦਾਂ ਦੇ ਹੋਰ ਵੀ ਆਉਂਦੇ ਹੈਗੇ ਨਾ ਵੀ ਛਿਆਂ ਤੱਤਾਂ ਤੋਂ ਕੀਤਾ ਹੈਗਾ, ਵੀ ਜੇ ਕੋਈ ਇੱਦਾਂ ਸਮਝਦਾ ਹੈਗਾ ਕੋਈ ਹੋਰ ਤੱਤ ਬਣਾ ਕੇ ਲਿਖਾ ਦਿਓ। ਗੁਰਬਾਣੀ ਦੇ ਵਿੱਚ ਇੱਦਾਂ ਦੀਆਂ ਵੀ ਲਾਈਨਾਂ ਆਉਂਦੀਆਂ ਹੈਗੀਆਂ। ਦਿਸ ਇਜ਼ ਐਗਜ਼ੈਕਟਲੀ ਦ ਸੇਮ ਪੁਆਇੰਟ ਆਫ ਹੀਅਰ। ਵੀ ਉਹ ਕਹਿੰਦੇ ਵੀ ਜੇ ਕੋਈ ਸਮਝਦਾ ਹੈਗਾ ਵੀ ਮੈਂ ਇਹ ਕਰ ਸਕਦਾ ਹੈਗਾ, ਉਹ ਕਹਿੰਦੇ ਨਹੀਂ, no one can do that। ਜੋ ਤਿਸ ਭਾਵੈ ਸੋਈ ਕਰਾਵੇ। ਮੁੜ ਮੁੜ ਕੇ ਇਸੇ ਚੀਜ਼ ਦੇ ਉੱਤੇ ਆਉਂਦਾ ਵੀ whatever pleases him, God, ਉਹੀ ਕੁਛ ਉਹ ਕਰਾਉਂਦਾ ਹੈ। that's what he makes it happen। ਇਸਕੇ ਹਾਥ ਹੋਏ। ਹੁਣ ਆ ਦੇਖੋ ਆਪ ਹੀ ਹੁਣ ਤੁਸੀਂ ਇਹਦੇ ਨਾਲ ਹੀ ਜਰੋ, ਜੇ ਬੰਦੇ ਦੇ ਹੱਥ ਦੇ ਵਿੱਚ ਕੁਝ ਹੋਵੇ, if a person mortal has something in his hand that he can do anything, ਤਾਂ ਸਭ ਕੁਝ ਲੈ, then he will actually ਤਾਂ ਉਹ ਤਾਂ ਸਾਰਾ ਕੁਝ ਇਕੱਠਾ ਕਰ ਲੂਗਾ।
ਜਿੰਨੀ ਮਰਜ਼ੀ ਧਨ ਦੌਲਤ ਕਰ ਲਵੇ, ਸਭ ਕੁਝ ਕਰ ਲਵੇ, ਜੇ ਉਹਦੇ ਹੱਥ ਦੇ ਵਿੱਚ ਹੋਵੇ ਤਾਂ ਸਿੰਪਲ। ਦਿਸ ਇਜ਼ ਅ ਲਿਟਮਸ ਟੈਸਟ। ਵੀ ਜੇ ਹੁੰਦਾ ਤਾਂ ਉਹ ਤੋਂ ਪਤਾ ਲੱਗ ਜਾਂਦਾ ਵੀ ਨਹੀਂ ਇਹਦੇ ਹੱਥ ਦੇ ਵਿੱਚ ਹੈ ਨਹੀਂ, there's nothing in his hand। ਪਰ ਸਭ ਕੁਝ ਲੈ ਤਾਂ ਫਿਰ ਉਹ ਲੈ ਲਵੇ, then he will obtain everything, he will get everything। ਬੰਦਾ ਤਾਂ ਉੱਦਾਂ ਹੀ ਗਰੀਡੀ ਹੈਗਾ, ਉਹਨੂੰ ਤਾਂ ਰਾਜ ਆਉਣਾ ਨਹੀਂ, ਉਹਨੇ ਤਾਂ ਸਾਰਾ ਕੁਝ ਆਪਣੇ ਥੱਲੇ ਕਰਨਾ। ਬਥੇਰਿਆਂ ਨੇ ਕਰਕੇ ਦੇਖੇ, ਸਿਕੰਦਰ ਵਰਗਿਆਂ ਨੇ ਰਾਜ ਵੀ ਆਪਣਾ ਫੈਲਾਉਣ ਦੀ ਕੋਸ਼ਿਸ਼ ਕੀਤੀ, ਪਰ ਨਹੀਂ ਕਰਕੇ ਉਹਨਾਂ ਦੇ ਹੱਥ ਦੇ ਵਿੱਚ ਨਹੀਂ ਹੈਗਾ। ਜਿੰਨਾ ਉਹਨੇ ਕਰਾਉਣਾ ਉਹੀ ਕੁਛ ਉਹ ਕਰਾਉਂਦਾ ਹੈਗਾ। ਜੋ ਤਿਸ ਭਾਵੈ ਸੋਈ ਕਰੇ, whatever pleases him, that's what everybody does। Okay? Uncle, ਹਾਂਜੀ। what is the difference between the karava and kare? Okay. Like the first line. ਕਰਾਵੈ, ਕਰਾਉਂਦਾ ਹੈ। He is the one who causes it to happen। He is the one who causes it to happen। ਕਿਉਂਕਿ he is the one ਜਿਹਨੂੰ ਉਹ ਕਰਾ ਰਿਹਾ ਹੈਗਾ, ਕਰਾਵੈ। ਜਦ ਵੀ ਕਿਤੇ ਵੀ ਦੋ ਲਾਵਾਂ ਲੱਗੀਆਂ ਆਉਣੀਆਂ ਹੈਗੀਆਂ ਤਾਂ another, if it's a verb, not a noun, you always look at it, it's a singular, it goes with some singular thing, okay? ਸੋਈ ਕਰੇ, ਕਰਦਾ ਹੈ, ਉਹ ਕਰਾਵੇ, ਕਰਾਉਂਦਾ ਹੈ। He causes it to happen, ਕਰਦਾ ਹੈ, he does it, you know, okay? So that's the difference। ਅਣਜਾਣਤ, ਇੱਕ ਜੀ ਜਿਹੜਾ ਕਰੇ ਹੈ ਇਹ ਮਨੁੱਖ ਦੇ ਲਈ ਹੈ ਨਾ, ਇਸਕੇ ਹੱਥ ਹੋਏ ਤਾਂ ਸਭ ਨਹੀਂ, ਕੁਝ ਨਹੀਂ। ਲੈ। ਹਾਂਜੀ, ਉਹ ਵਾਹਿਗੁਰੂ ਦਾ ਹੀ ਹੈ। ਕਿਉਂਕਿ ਜੇ ਲਾਈਨ ਪੂਰੀ ਦੇਖੀ ਫਿਰ ਇਸਕੇ ਜੇ ਇਹਦੇ ਹੱਥ ਹੋਵੇ ਤਾਂ ਇਹ ਸਾਰਾ ਕੁਝ ਲੈ ਲੈ, ਪਰ ਜੋ ਉਹਨੂੰ ਭਾਉਂਦਾ ਉਹੀ ਇਹਨੂੰ ਕਰਨਾ ਪੈਂਦਾ, ਉਹੀ ਉਹ ਇਹ ਤਾਂ ਹੁਣ ਕਰਦਾ। ਇੱਥੇ ਆ ਗਿਆ ਨਾ ਵੀ ਉਹ ਤਾਂ ਉਹ ਲੈ ਲਊਗਾ। ਹੁਣ ਕਹਿੰਦੇ ਜੋ ਤਿਸ ਭਾਵੈ ਸੋਈ ਕਰੇ, ਸੋ ਫਿਰ ਉਹੀ ਕਰਾਂਦਾ ਹੈ। ਵੀ ਜੋ ਕੁਝ ਉਹਨੂੰ ਚੰਗਾ ਲੱਗਦਾ ਹੈਗਾ ਉਹ ਮਨੁੱਖ ਤੋਂ ਉਹੀ ਕਰਾਂਦਾ ਹੈਗਾ। ਵੀ ਇਦਾਂ ਨਹੀਂ ਹੋਵੇ ਉਹ ਸਾਰਾ ਕੁਝ ਗ੍ਰੈਬ ਕਰ ਲਵੇ, that he will go and grab everything, grab up everything। Okay? ਅਣਜਾਣਤ, ਵਿਖਿਆ ਮੈਂ ਰਾਜਾ। ਇਹ ਬੜਾ ਜਾਨੀ ਹੁਣ ਇਹ ਥੋੜਾ ਜਿਹਾ ਸੋਚਣ ਵਾਲੀ ਗੱਲ ਹੈਗੀ ਆ। ਵਿਖਿਆ ਜਿਹੜਾ ਹੁੰਦਾ ਹੈਗਾ, we are talking about ਮਾਇਆ। Okay? Simple way of looking at it। ਹੁਣ ਉਹ ਕਹਿੰਦੇ ਵਿਖਿਆ ਮੈਂ ਰਚਿਆ, he is indulged or engrossed in ਮਾਇਆ। ਪਰ ਕਿਉਂ ਹੋਇਆ ਹੈਗਾ ਇਹਦੇ ਵਿੱਚ, ਰਚਿਆ ਹੈਗਾ ਅਣਜਾਣਤ, because he is ignorant। So being ignorant, he is engrossed in maya। Okay? ਇਕੱਠੀ ਗੱਲ ਲਗਾਇਆ ਹੈਗਾ। ਜੇ ਜਾਣਤ, but if he were wise, ਆਪਣਾ ਆਪ ਬਚਾ, तो then he could save himself from the maya। ਫਿਰ ਉਹਦੇ ਵਿੱਚ engross ਨਹੀਂ ਹੋ ਸਕਦਾ ਹੈਗਾ, then he can actually save himself। ਜੇ ਜਾਣਤ, only if he knew it। ਹੁਣ ਇਹ ਜਾਣਤ ਕਿੱਥੋਂ ਆਉਂਦਾ ਹੈਗਾ? if somebody is ignorant, ਜਾਣਨ ਵਾਲਾ ਕਿੱਦਾਂ ਹੁੰਦਾ ਹੈਗਾ? ਇੱਕੋ ਤਰੀਕਾ ਹੈਗਾ। ਉਹ ਸਾਨੂੰ ਸੈਕੰਡ ਆਸਪਦੀ ਦੇ ਵਿੱਚ ਅਸੀਂ ਕਵਰ ਕੀਤਾ ਸੀ, ਦੀਨ ਦਾ ਦੁੱਖ ਭੰਜਨਾ ਘਟ ਘਟ ਨਾਦ ਨਾਦ, ਸ਼ਰਨ ਕੁਮਾਰੀ ਆਇਓ ਨਾਨਕ ਕੇ ਪ੍ਰਭਾ। ਉਹ ਗੁਰੂ ਤੋਂ ਛੁੱਟ ਤੁਹਾਨੂੰ ਕਿਤੇ ਗਿਆਨ ਨਹੀਂ ਹੋ ਰਹਾ ਹੈਗਾ। ਗੁਰਬਾਣੀ ਧਰਮ ਧਿਆਨ ਸਤਿਵਿੰਦ ਸਾਖੀ ਮੂਲੇ ਨਾ ਬਾਕੀ। ਗੁਰੂ ਤੋਂ ਬਗੈਰ ਗਿਆਨ ਆ ਹੀ ਨਹੀਂ ਸਕਦਾ, ਤੁਸੀਂ ਜਾਣ ਹੀ ਨਹੀਂ ਸਕਦੇ ਹੈਗੇ ਇਸ ਗੱਲ ਨੂੰ। ਸੋ ਇਸ ਕਰਕੇ ਜਿਹੜਾ ਗੁਰੂ ਹੈਗਾ ਉਹਨੇ ਤੁਹਾਨੂੰ ਜਾਣਤ ਬਣਾਉਣਾ ਹੈਗਾ। he is going to actually make you wise so that you can save yourself from maya। ਠੀਕ ਹੈ, ਕੋਈ ਸਵਾਲ ਤਾਂ ਨਹੀਂ ਇੱਥੇ ਤਾਂ? ਪਰਮੇ ਫੂਲਾ, ਕਿਉਂਕਿ ਅਣਜਾਣਤ ਹੈ। ਪਰਮੇ ਫੂਲਾ, that this Tabat, that this 10 directions। 10 directions ਕਿਹੜੀਆਂ ਹੋ ਗਈਆਂ? ਕਿੰਨੇ ਨੂੰ ਕਹੋਗੇ 10 ਡਾਇਰੈਕਸ਼ਨ? ਨਾਰਥ, ਸਾਊਥ, ਈਸਟ, ਵੈਸਟ, ਜਿਹੜੀਆਂ ਇਨ ਬਿਟਵੀਨ ਹੋ ਗਈਆਂ ਜੀ।
ਸਿੰਪਲ ਤਰੀਕਾ ਹੈਗਾ ਇਹਨੂੰ ਦੇਖਣ ਦਾ। ਚਾਰ ਤਾਂ ਉਦਾਂ ਡਾਇਰੈਕਸ਼ਨਾਂ ਬਣ ਗਈਆਂ ਨਾ, ਚਾਰ ਪਾਸੇ ਬਣ ਗਿਆ। ਓਕੇ, ਉੱਪਰ ਤਾਂ ਥੱਲੇ ਦੋ ਹੋਰ ਬਣ ਗਿਆ, 6 ਬਣ ਗਿਆ। ਤੇ ਚਾਰ ਹੀ ਕਾਰਨਰਾਂ ਜਿਹੜੀਆਂ ਹੁੰਦੀਆਂ ਹੈਗੀਆਂ ਦੇਵਨ, ਜਿੱਥੇ ਤਾਈਂ ਮਰਜ਼ੀ ਐਕਸਪੈਂਸ ਉਹਨੂੰ ਲੈ ਜਾਓ ਕਰ ਲਓ, ਉਹ 10 ਡਾਇਰੈਕਸ਼ਨ ਬਣ ਜਾਂਦੀਆਂ ਹੈਗੀਆਂ। ਸੋ ਦੇ ਆਰ ਟਾਪ। ਕਹਿਣ ਦਾ ਮਤਲਬ in this whole expanse of the creation, ਜਿੱਥੇ ਮਰਜ਼ੀ ਉਹ ਦੌੜਾ ਫਿਰਦਾ ਰਹਿੰਦਾ ਹੈਗਾ ਵੀ ਮੈਨੂੰ ਕਿਤੇ ਨਾ ਕਿਤੇ ਮਾਇਆ ਦੇ ਵਿੱਚ ਇਨਗ੍ਰੋਸਡ ਹੈਗਾ, ਵੀ ਮੈਨੂੰ ਮਾਇਆ ਕਿਤੇ ਇਕੱਠੀ ਹੋਵੇ ਜਾਂ ਮੈਨੂੰ ਆਹ ਮਿਲ ਜਵੇ, ਮੈਨੂੰ ਉਹ ਮਿਲ ਜਵੇ। ਸੋ ਬਿਕੋਜ਼ ਭਰਮਿਆ ਹੈਗਾ, ਭਰਮੇ ਭੁੱਲਾ, ਕਿਉਂਕਿ ਹੀ ਇਜ਼ ਇਨ ਡਾਊਟ, ਕਿਉਂਕਿ ਉਹਨੂੰ ਪਤਾ ਨਹੀਂ, ਉਹ ਅਣਜਾਣਤ ਹੈਗਾ। ਇਸ ਕਰਕੇ ਉਹ ਦਿਸ he is wandering and running around in all 10 directions, ਮਾਇਆ ਦੇ ਪਿੱਛੇ। ਤੇ ਕੀ ਹੁੰਦਾ ਹੈਗਾ, ਨਿਉ ਕਮਾਏ in an instant। ਕੀ ਹੁੰਦਾ ਹੈਗਾ, 4 ਕੁੰਟ ਫੇਰਾ, 4 ਕੁੰਟ ਜਿਹੜੇ ਹੁੰਦੇ ਆ, ਉਹ ਕੋਰਨਰ ਦੀ ਗੱਲ ਹੋ ਰਹੀ ਹੈਗੀ ਆ, 4 ਖੁੰਝੇ। ਉਹ ਕਹਿੰਦੇ 4 ਖੁੰਝਿਆਂ ਤੇ ਫਿਰ ਕੇ ਆ ਜਾਂਦਾ ਹੈਗਾ। ਮਨ ਦੀ ਗੱਲ ਹੋ ਰਹੀ ਆ, ਕਿਉਂਕਿ ਮਨ ਸਦਾ ਜਿਹੜਾ ਹੈਗਾ ਨਾ, ਇਸ ਆਲਵੇਜ਼ ਇੰਡਲਜੈਂਟ, ਮਾਇਆ ਸੋਚਦਾ ਰਹਿੰਦਾ ਇਹਨੇ ਟਿਕਣਾ ਹੈ ਨਹੀਂ, ਆ ਨਹੀਂ, ਜੋ ਮਿਲ ਗਿਆ ਉਹਦੇ ਨਾਲ ਖੁਸ਼ ਨਹੀਂ ਹੋਣਾ, ਉਹਦੇ 'ਚ ਕੰਟੈਂਟਮੈਂਟ ਹੈ ਨਹੀਂ, ਜੋ ਨਹੀਂ ਹੈਗਾ ਉਹਦੇ ਪਿੱਛੇ ਦੌੜਨਾ ਹੈਗਾ। ਸੋ ਹੀ ਇਜ਼ ਕੀਪ ਔਨ ਜਨਰਲੀ ਰਨਿੰਗ ਅਰਾਊਂਡ। ਓਕੇ, ਕਰ ਕਿਰਪਾ ਜਿਸ ਆਪਣੀ ਭਗਤ ਤੇ, ਔਰ ਇਹਦੇ ਵਿੱਚ ਸਾਫ਼ ਕਿਹਾ ਹੈਗਾ, the one whosoever he has his mercy upon, जिस अपनी भगत दे, and gives him his devotional love, okay, ਉਹਨੂੰ ਕੀ ਆ, ਨਾਨਕ, ਹੇ ਨਾਨਕ ਤੇ ਜਾਨ ਉਹ ਬੰਦੇ, those mortals, ਦੋਜ਼ ਭਗਤ, ਕਿਉਂਕਿ ਆਪਣੀ ਭਗਤ ਜਿਹਨੂੰ ਭਗਤੀ ਦਿੱਤੀ ਉਹ ਭਗਤ ਬਣ ਗਿਆ। ਉਹ ਜਿਹੜੇ ਭਗਤ ਹੈਗੇ, ਤਾਂ ਹੀ ਅਸੀਂ ਬਾਰ-ਬਾਰ ਅਸੀਂ ਕਹਿੰਦੇ ਅਸੀਂ ਸਾਰਿਆਂ ਨੇ ਭਗਤ ਬਣਨ ਦੀ ਕੋਸ਼ਿਸ਼ ਕਰਨੀ ਹੈਗੀ। ਗੁਰੂ ਸਾਹਿਬ ਨੇ ਸਾਨੂੰ ਇੰਸਪਾਇਰ ਕਰ ਰਿਹਾ ਹੈਗਾ, ਤੇ ਜਨ ਨਾਮ ਮਿਲੇ, ਤਾਂ ਉਹ ਕੀ ਕਰਦੇ ਹੈਗੇ ਆ, ਨਾਮ ਦੇ ਰਾਹੀਂ ਦੇ ਬਿਕਮ ਵਨ ਵਿਦ ਗॉड। ਓਕੇ, ਮੰਮੀ ਨੂੰ ਤਿਆਰੀ ਲੱਗੀ ਆ। So here, mile, that means Waheguru joins the person with himself. The action is Waheguru is doing this, God is doing this, right? From mile. God exactly ਉਹਨਾਂ ਨੂੰ ਭਗਤੀ ਆਪਣੀ ਦਿੰਦਾ ਹੈਗਾ। ਤਾਂ ਫਿਰ I'm ਉਹ saying the ਕਹਿੰਦੇ ਨਾਮ ਵਿੱਚ ਜੁੜ ਕੇ, ਨਾਮ ਦੇ ਰਾਹੀਂ, ਤਾਂ ਫਿਰ ਵਾਹਿਗੁਰੂ ਨੂੰ ਉਹ ਮਿਲ ਪੈਂਦੇ ਹੈਗੇ। I'm saying the word mele, doesn't that imply Waheguru is doing that action, right? Waheguru is ਵਾਹਿਗੁਰੂ is doing it, ਕਿਉਂਕਿ ਅਸੀਂ ਉੱਤੋਂ ਪਰਦੇ ਕਰਦੇ ਆ ਰਹੇ ਹੈਗੇ ਆ। like just like we were talking about Karab because and it is in Kare. his will, ਕੀ ਉਹਦੀ will ਹੈਗੀ ਆ, ਵੀ ਜਿਹੜਾ ਵੀ ਗੁਰਮੁਖ ਹੋਊਗਾ, ਜੇ ਇਸ ਰਸਤੇ ਦੇ ਉੱਤੇ ਚੱਲੂਗਾ, then he can merge with him। ਸੋ ਉਹਦਾ ਰੂਲ ਬਣਿਆ ਹੈਗਾ। ਤਾਂ ਵੀ ਉਹ ਕਹਿੰਦੇ ਪਰ ਉਹੋ ਹੀ ਉਹਨੂੰ ਮਿਲ ਸਕਦੇ ਹੈਗੇ ਜਿਹੜੇ ਨਾਮ ਵਿੱਚ ਜੁੜਨਗੇ। They are the only one who can do that, the one who will be directly indulged in his naam। ਠੀਕ ਹੈ ਨਾ? Okay, ਚਲੋ ਜੀ ਅੱਗੇ। ਖਿੰਨ ਮੈਂ ਹੁਣ ਮੁੜ ਕੇ ਖਿੰਨ ਆ ਜਾਂਦਾ ਇੰਸਟੈਂਟ ਦੇ ਵਿੱਚ। ਇਹਨਾਂ ਨੇ ਇੰਸਟੈਂਟ ਨੀਚ ਕੀਟ ਕੋ ਰਾਜ, ਨੀਚ ਲੋਲੀ, ਕੀਟ ਕੀ ਹੁੰਦਾ ਹੈਗਾ, ਓਕੇ, ਕੋ ਨੂੰ ਰਾਜ, ਰਾਜ ਮੀਨ ਕਿੰਗਡਮ। ਹੁਣ ਉਹ ਗੱਲ ਕਰ ਰਹੇ ਹੈਗੇ ਆ the people, ਤਾਂ we are talking about people, ਨਾਰ ਕੀੜੇ ਨੂੰ ਵੀ ਹੁਣ ਰਾਜ ਮਿਲ ਗਿਆ ਹੈਗਾ। ਓਕੇ, ਗੱਲ ਹੋ ਰਹੀ ਹੈਗੀ ਆ the people who are so lowly, like the lowly of the worms, ਜਿੱਦਾਂ ਛੋਟੇ ਤੋਂ ਛੋਟਾ ਕੀੜਾ ਵੀ ਹੋਵੇ ਨਾ, ਵਿੱਚ ਉਹਨਾਂ ਨੂੰ ਕੋਈ ਪੁੱਛਦਾ ਨਹੀਂ, ਉਹ ਦੇ ਆ ਗਰੀਬ, ਉਹਨਾਂ ਨੂੰ ਧੱਕੇ ਪੈਂਦੇ ਹੈਗੇ ਆ, ਜਿੱਧਰ ਨੂੰ ਮਰਜ਼ੀ ਉਹਨਾਂ ਨੂੰ ਠੇਡਾ ਮਾਰ ਕੇ ਤੋੜ ਦਿਓ। Those kind of people, he can actually give them kingdom in an instant. In an instant, he can make them kings. Par Brahm,
ਗਰੀਬ ਨਵਾਜ। ਕਿਉਂ? ਕਿਉਂਕਿ ਜਿਹੜਾ ਵਾਹਿਗੁਰੂ ਹੈਗਾ ਨਾ, ਪਾਰ ਬ੍ਰਹਮ ਹੈਗਾ, ਗਰੀਬ ਨਵਾਜ ਹੈਗਾ, ਉਹ ਮਿਹਰ ਕਰਨ ਵਾਲਾ ਹੈਗਾ। ਹੀ ਇਜ਼ ਮਰਸੀਫੁਲ। ਓਕੇ, ਹੁਣ ਇਹਨਾਂ ਦੇ ਪਿੱਛੇ ਉਹ ਸਾਰਾ ਕੁਝ ਹੀ ਆਉਂਦਾ ਤਾਂ ਸੀ। ਜਦੋਂ ਪਿੱਛੇ ਦੇਖਣਾ ਹੈਗਾ ਨਾ, ਇੱਦਾਂ ਨਹੀਂ ਉਹ ਸੋਚਦਾ ਹੈਗਾ ਵੀ ਆਹ ਬਹੁਤ ਛੋਟਾ ਸੀਗਾ ਤਾਂ ਇਹਨੂੰ ਹੁਣ ਮੈਂ ਕਰ ਦਿੱਤਾ ਹੈਗਾ। ਰੂਲ ਇਜ਼ ਸਟਿਲ ਰੂਲ। ਉਹਦਾ ਹੁਕਮ ਜਿਹੜਾ ਹੈ, ਹੁਕਮ ਦੇ ਵਿੱਚ ਹੀ ਸਾਰਾ ਕੁਝ ਹੋਣਾ ਹੈਗਾ। ਹੁਕਮ ਕੀ ਸੀਗਾ? ਜੇ ਉਹ ਗੁਰਮੁਖ ਬਣ ਗਿਆ, ਭਾਵੇਂ ਕੀੜਾ ਵੀ ਹੋਵੇ, ਜੇ ਉਹਨੇ ਗੁਰੂ ਦੇ ਸਨਮੁਖ ਹੋ ਕੇ ਸਿੱਖਿਆ ਲੈਣੀ ਸ਼ੁਰੂ ਕਰ ਦਿੱਤੀ ਹੈਗੀ ਆ, ਉਹਦੇ ਉੱਤੇ ਵਾਹਿਗੁਰੂ ਜਿਹੜਾ ਹੈਗਾ ਮਿਹਰ ਕਰ ਦੂਗਾ। ਵਾਹਿਗੁਰੂ ਕਦ ਮਿਹਰ ਕਰਦਾ ਹੈਗਾ? ਇਹ ਪੁਆਇੰਟ ਮੈਂ ਬਹੁਤ ਵਾਰੀ ਕਹਿੰਦਾ, ਨਹੀਂ ਤਾਂ ਯੂ ਵਿਲ ਬੀ ਕਨਫਿਊਜ਼ਡ ਇਨ ਇੰਟਰਪ੍ਰੀਟਿੰਗ ਗੁਰਬਾਣੀ। ਤੁਸੀਂ ਗੁਰੂ ਨੂੰ ਪ੍ਰਸੰਨ ਪਹਿਲਾਂ ਕਰਨਾ ਹੈਗਾ, ਵਾਹਿਗੁਰੂ ਨੇ ਪ੍ਰਸੰਨ ਫੇਰ ਹੋਣਾ। ਉਹਨੇ ਨਜ਼ਰ ਤਾਂ ਕਰਨੀ ਆ ਜੇ ਤੁਸੀਂ ਗੁਰੂ ਨੂੰ ਪ੍ਰਸੰਨ ਕਰ ਲਿਆ। ਜੋ ਗੁਰੂ ਕਹਿੰਦਾ ਜਦ ਤੁਸੀਂ ਉਹ ਕਰਨ ਲੱਗ ਪਏ, ਦੈਨ ਨਾਨਕੇ ਪ੍ਰਭ ਸਾਥ। ਫਿਰ ਗੁਰੂ ਨਾਨਕ ਦੇਵ ਜੀ ਨੇ ਆਪ ਹੱਥ ਫੜ ਕੇ ਤਾਂ ਲੈ ਜਾਣਾ। ਕਿਸੇ ਕੰਪਨੀ ਦਾ CEO ਹੈਗਾ ਤਾਂ ਤੁਸੀਂ ਇੱਕ ਉੱਥੇ ਕੰਮ ਕਰ ਰਹੇ ਆ, that you have a very good position, you have approach to him। ਤੁਸੀਂ ਕਿਸੇ ਨੂੰ ਲੈ ਕੇ ਜਾਂਦੇ ਹੈਗੇ ਵੀ ਇਹਨੂੰ ਜਾਬ ਦੇ ਦੇ, he will get the job। same way ਜਦ ਗੁਰੂ ਨਾਨਕ ਦੇਵ ਜੀ ਨੂੰ ਪ੍ਰਸੰਨ ਕਰ ਲਿਆ, ਉਹ ਨਾਲ ਆਪਣੇ ਲੈ ਕੇ ਜਾਣਗੇ। ਉਹਨੀ ਹਰੇਕ ਨੂੰ ਨਹੀਂ ਲੈ ਜਾਣਾ, ਜਿਹੜਾ ਗੁਰੂ ਦੀ ਗੱਲ ਮੰਨੂਗਾ ਉਹਨੂੰ ਲੈ ਕੇ ਜਾਣਾ ਹੈਗਾ। ਤਾਂ ਫਿਰ ਕੀ ਹੁੰਦਾ ਹੈਗਾ? ਤੇ ਤੁਹਾਡੇ ਉੱਤੇ ਉਹ ਮਰਸੀਫੁਲ ਹੋ ਜਾਂਦਾ, ਉਹ ਤੁਹਾਡੇ ਉੱਤੇ ਨਜ਼ਰ ਕਰ ਦਿੰਦਾ, ਮਰਸੀਫੁਲ ਨਜ਼ਰ। and then you can actually achieve that। ਜਾ ਕਾ ਦ੍ਰਿਸ਼ਟ ਕਛੂ ਨਾ ਆਵੇ। ਜਾ ਕਾ, ਜਿਸ ਦਾ, ਜਾ ਕਾ ਦ੍ਰਿਸ਼ਟ ਕਛੂ ਨਾ ਆਵੇ। the mortal, the one whose no virtue is seen, whose virtues are not seen at all। ਕੋਈ ਉਹਦੇ ਕੋਲ virtue ਨਹੀਂ ਹੈਗੀ, ਕੋਈ virtue ਨਹੀਂ, ਜਿਹਦੇ ਕੋਲ ਕੋਈ ਗੁਣ ਨਹੀਂ ਹੈਗਾ। ਤਿਸ ਤਤਕਾਲ ਦਹਿ ਦਿਸ ਪ੍ਰਗਟਾਵੇ। ਪ੍ਰਗਟਾਵੇ ਹੁੰਦਾ ਕਿਸੇ ਨੂੰ ਫੇਮਸ ਕਰ ਦੇਣਾ, ਕਿਸੇ ਨੂੰ ਐਮੀਨੈਂਟ ਬਣਾ ਦੇਣਾ। ਉਦਾਂ ਦੇ ਬੰਦੇ ਨੂੰ ਵੀ ਜਦੋਂ ਤੁਹਾਨੂੰ ਕੋਈ ਗੁਣ ਕਦੀ ਦਿਖਦਾ ਵੀ ਨਹੀਂ ਸੀਗਾ, ਉਹਨੂੰ ਵੀ ਹੀ ਕੈਨ ਮੇਕ ਇਟ ਫੇਮਸ, ਐਮੀਨੈਂਟ, ਸਾਰੇ ਥਾਂ ਦੇ ਉੱਤੇ ਉਹਨਾਂ ਨੂੰ। ਪਰ ਸ਼ਰਤ ਉਹ ਹੀ ਆ ਵੀ ਉਹ ਗੁਰੂ ਦੇ ਲੜ ਲੱਗਾ ਹੋਵੇ, ਉਹ ਇੱਧਰ ਨੂੰ ਐਫਰਟ ਕਰਦਾ ਹੋਵੇ, ਚਾਹੇ ਉਹਦੇ ਵਿੱਚ ਕੋਈ ਗੁਣ ਸੀਗਾ ਕਿ ਨਹੀਂ। ਹੁਣ ਉਹ ਗੁਣ ਜਿਹੜੇ ਆ। ਇੱਕ ਹੋਰ ਪੁਆਇੰਟ ਮੈਂ ਆਪਣੀਆਂ ਜਦੋਂ ਤੁਹਾਨੂੰ ਦਿੱਤੀਆਂ ਵੀ ਸੀਗੀਆਂ ਨਾ ਪ੍ਰੈਜੈਂਟੇਸ਼ਨ 2, ਉਹਦੇ ਵਿੱਚ ਇੱਕ ਪੁਆਇੰਟ ਮੈਂ ਬਹੁਤਾ ਕਲੀਅਰ ਨਹੀਂ ਸੀ ਕੀਤਾ, ਕਿਉਂਕਿ I never had a time to do that and I'm just going to mention that today। ਉਹ ਹੈਗਾ ਬੰਦਾ ਜੋ ਮਰਜ਼ੀ ਕੁਛ ਕਰੀ ਜਾਵੇ, whatever he wants to do it। ਕਿਉਂਕਿ ਜਿੰਨੀਆਂ ਵੀ virtues ਹੈਗੀਆਂ ਨਾ, ਇਹਨੂੰ ਅਸੀਂ ਕਹਿੰਦੇ ਆ ਦਾਤ। Those are the boons from God bestowed on you। Okay? ਉਹ ਜਿਹੜੀਆਂ ਹੈਗੀਆਂ you cannot actually say that ਆ virtue ਜਿਹੜੀ ਹੈਗੀ ਮੈਂ ਆਪਣੇ ਆਪ 'ਚ ਲੈ ਲਈ ਹੈਗੀ ਆ, ਆਪਣੇ ਆਪ ਨਹੀਂ ਤੁਸੀਂ ਕਰ ਸਕਦੇ ਹੈਗੇ। it does not। ਉਹਦੀ ਇਹ ਦਾਤ ਆ ਜਿੰਨੀਆਂ ਵੀ virtues ਹੈਗੀਆਂ। so no matter how much you try or whatever, ਤੁਹਾਡੇ ਜਿਹੜੇ ਅਵਗੁਣ ਹੈਗੇ ਆ, ਜਿਹੜੀਆਂ ਤੁਹਾਡੀਆਂ ਡੀਮੈਰਿਟਸ ਹੈਗੀਆਂ, you cannot actually wipe them out, you cannot wash them away, not all of them, you cannot do that, it's impossible to do that। ਮੈਨੂੰ ਮਸਕੀਨ ਜੀ ਦੀ ਇੱਕ ਕਥਾ ਯਾਦ ਆ ਜਾਂਦੀ ਹੈਗੀ ਜਦ ਮੈਂ ਇਹ ਪੁਆਇੰਟ ਕਰਨਾ ਮੰਗਦਾ ਹੈਗਾ। ਜਿਹੜਾ ਸ਼ੇਖ ਸਾਦੀ ਹੋਇਆ ਹੈਗਾ ਨਾ ਇਰਾਨ ਦਾ, ਉਹਨੇ ਕਿਹਾ ਸੀਗਾ, ਉਹ ਕਹਿੰਦਾ ਵਾਹਿਗੁਰੂ ਐਡਾ ਵੱਡਾ ਭਗਤ, ਜਾਨੀ ਬਹੁਤ ਮਸ਼ਹੂਰ ਭਗਤ ਹੋਇਆ ਹੈ ਇਰਾਨ ਦਾ, ਉਹਦੀਆਂ ਬਹੁਤ ਸਾਰੀਆਂ ਰਾਈਟਿੰਗ ਵਗੈਰਾ ਹੈਗੀਆਂ। ਉਹ ਕਹਿੰਦਾ ਵਾਹਿਗੁਰੂ ਜੇ ਕਹਿੰਦਾ even if you give me the life of 100 years, ਕਹਿੰਦਾ ਮੈਂ ਸਾਰੀ ਉਮਰ ਕਹਿੰਦਾ ਕਿ ਗੁਨਾਹ ਕਰਦੇ ਹੀ ਰਹਿਣਾ ਹੈਗਾ, ਮੈਨੂੰ ਪਤਾ, I know that।
ਪਰ ਕਹਿੰਦਾ ਮੈਂ ਕਹਿੰਦਾ ਕਿ ਦੇਖਣਾ ਮੰਗਦਾ ਹੈਗਾ ਵੀ ਮੇਰੇ ਜਿਹੜੇ ਗੁਨਾਹ ਦੀ ਗਨਾਹਾਂ ਦੀ ਪੰਡ ਹੈਗੀ ਮੇਰੇ ਸਿੰਧ ਦੀ ਜਿਹੜੀ ਹੈਗੀ ਆ ਜਿਤ ਲੋਡ ਆਫ ਸਿੰਸ ਇਜ਼ ਦੈਟ ਗ੍ਰੇਟਰ ਜਾਂ ਤੇਰੀ ਜਿਹੜੀ ਬਖਸ਼ਿਸ਼ ਹੈਗੀ ਆ ਤੇਰੀ ਜਿਹੜੀ ਬਖਸ਼ਿਸ਼ ਹੈਗੀ ਆ ਤੇਰੀ ਜਿਹੜੀ ਮਰਜ਼ੀ ਹੈਗੀ ਆ ਉਹ ਵੱਡੀ ਆ। ਮੈਨੂੰ ਕਹਿੰਦਾ ਪਤਾ ਵੀ ਇਹ ਜਿਹੜੀ ਮੇਰੀ ਪੰਡ ਹੋਣੀ ਆ ਕਹਿੰਦਾ ਇਸ ਨਥਿੰਗ ਇਨ ਦੇਅਰ। ਕਹਿਣ ਦਾ ਮਤਲਬ ਇਹ ਆ ਵੀ ਜਿਹਦੇ ਉੱਤੇ ਤਾਂ ਬਖਸ਼ਿਸ਼ ਕਰਨੀ ਹੈਗੀ ਆ ਗਨਾਹ ਜਿੰਨੇ ਮਰਜ਼ੀ ਹੋਣ ਪੰਡਾਂ ਦੇ ਪੰਡ ਹੋਣੇ ਉਹਨੇ ਵਾਈਪ ਆਊਟ ਕਰ ਦੇਣੇ ਹੈਗੇ। You cannot wipe those out, you know, your demerits. ਉਹ ਵਾਹਿਗੁਰੂ ਨੇ ਜਿਹੜਾ ਹੈਗਾ ਤੁਹਾਡਾ ਲੇਖਾ ਨਹੀਂ ਕਰਨਾ। ਤਾਂ ਹੀ ਧਰਮ ਰਾਏ ਦਰ ਕਾਗਜ਼ ਪਾੜੇ ਜਿਹੜੇ ਤੁਹਾਡੇ ਨਾ ਲੇਖੇ ਰਹਿ ਜਾਂਦੇ ਹੈਗੇ ਆ। ਇੱਥੇ ਤਾਂ ਵੀ ਬਾਣੀ 'ਚ ਲਿਖਿਆ ਵੀ ਉਹ ਧਰਮ ਰਾਏ ਕਾਗਜ਼ ਫਾੜ ਦਿੰਦਾ ਹੈਗਾ ਜਦ ਵਾਹਿਗੁਰੂ ਦੀ ਬਖਸ਼ਿਸ਼ ਹੋ ਜਾਂਦੀ ਹੈ। ਕਈਆਂ ਤਾਂ ਦੇ ਵਿੱਚ ਇਹ ਵੀ ਆਇਆ ਲੇਖੇ ਕਾਕੇ ਅਲੇਖੇ ਛੂਟੇ। ਮੈਨੂੰ ਪਹਿਲੀ ਲਾਈਨ ਥੋੜੀ ਜਿਹੀ ਯਾਦ ਹੋ ਗਈ ਆ ਵਾਹਿਗੁਰੂ ਤੋਂ ਮੇਰੇ ਲਿਖਿਆ ਤੇ ਹੈਗਾ ਵੀ ਕੁਛ ਨਹੀਂ ਮੇਰਾ ਬਣਨਾ ਹੈਗਾ ਉਦੋਂ ਹੀ ਹੋਣਾ ਹੈਗਾ। And they wipe out time directly at you and love and ਜਿਹੜੇ ਲੱਲਾ ਰਾਰਾ ਲਾੜਾ ਇਹ ਜਿਹੜੇ ਅੱਖਰ ਹੈਗੇ ਆ ਸਾਰੇ ਜਿਹੜੇ ਹੈਗੇ ਇੰਟਰਚੇਂਜ ਹੋ ਜਾਂਦੇ ਕਈਆਂ ਥਾਂ ਤੇ ਉੱਤੇ। ਉਹਦਾ ਮਤਲਬ ਇਹ ਹੈ ਵੀ ਜਿਹੜਾ ਜਗ ਦਾ ਦ ਮਾਸਟਰ ਆਫ ਦਿਸ ਵਰਲਡ ਓਕੇ ਹੀ ਡਜ਼ ਨਾਟ ਐਕਚੁਅਲੀ ਲੁੱਕ ਐਟ ਇਜ਼ ਦ ਅਕਾਊਂਟ ਆਫ ਡੀਮੈਰਿਟਸ ਐਟਸੈਟਰਾ ਓਕੇ। ਇਹੀ ਪੁਆਇੰਟ ਮੈਂ ਜੀਓ ਪਿੰਡ ਸਭ ਇਸ ਕੀ ਰਾਸ। ਹੁਣ ਇੱਥੇ ਗੱਲ ਕਰ ਰਹੇ ਹੈਗੇ ਆ ਵੀ ਜਿਹੜਾ ਸਾਡਾ ਸੋਲ ਹੈਗਾ ਜਿਹੜੀ ਸਾਡੇ ਪ੍ਰਾਣ ਹੈਗੇ ਸਾਡੇ ਜੀ ਹੈਗਾ ਜੀ ਜਿਹਦੇ ਕਰਕੇ ਅਸੀਂ ਜੀਤੇ ਆ the reason we are actually living and ਪਿੰਡ ਦਾ ਮਤਲਬ ਹੁੰਦਾ ਸਰੀਰ। so now we are talking about soul and the body ਸਭ ਤਿਸ ਕੀ ਰਾਸ। ਹੁਣ ਇੱਥੇ ਆ ਸੱਸਾ ਤੇ ਪੱਬਾ ਹੈਗਾ। I just want to know ਤੁਹਾਨੂੰ ਕਿੰਨਾ ਕੁ ਪਤਾ। ਪਹਿਲਾ ਹੀ ਲੈਸਨ ਜਿਹੜਾ ਸੀਗਾ ਮੈਂ ਤੁਹਾਨੂੰ ਦੱਸਿਆ ਸੀ ਨਾ ਸਭ ਤਿੰਨ ਤਰ੍ਹਾਂ ਲਿਖਿਆ ਹੁੰਦਾ ਹੈਗਾ। ਮੈਨੂੰ ਹੁਣ ਕਿੱਦਾਂ ਪਤਾ ਲੱਗਾ ਹੈਗਾ ਵੀ ਸਭ ਜਿਹੜਾ ਹੈਗਾ ਇਹਨੂੰ ਕਿੱਥੇ ਲਾਵਾਂ ਕਿਉਂ ਕੌਮਾ ਮੈਂ ਇੱਥੇ ਲਾਇਆ ਹੈਗਾ। that's what you should know। ਜੀਓ ਪਿੰਡ ਜੀ ਅਤੇ ਪਿੰਡ ਸਭ ਓਕੇ ਜੀ ਅਤੇ ਪਿੰਡ ਪਲੂਰਲ ਬਣ ਗਿਆ ਦੋ। ਜੇ ਸਭ ਹੁੰਦਾ ਤਾਂ ਕੀ ਹੋਣਾ ਸੀਗਾ ਔਂਕੜ ਭਾਵੇਂ ਨੂੰ ਸਿਆਰੀ ਚਾਹੀਦੀ।
ਰਾਈਟ। ਜੇ ਸਿੰਗੂਲਰ ਸਭ ਹੋਵੇ ਤਾਂ ਪੱਪੇ ਨੂੰ ਔਂਕੜ ਹੋਣਾ ਸੀਗਾ। ਜੇ ਫੈਮਿਨਨ ਵਰਡ ਹੋਵੇ ਦਿਸ ਇਜ਼ ਪਲੂਰਲ, ਦਿਸ ਇਜ਼ ਸਿੰਗੂਲਰ। ਜੇ ਬਗੈਰ ਔਂਕੜ ਤੋਂ ਹੋਵੇ ਤਾਂ ਫੈਮਿਨਨ ਵਰਡ। ਓਕੇ, ਹੁਣ ਇੱਥੇ ਭਾਈ ਜੋਗਿੰਦਰ ਸਿੰਘ ਨੇ ਵੀ ਇਹ ਕੀਤਾ ਹੈਗਾ, ਉੱਤੇ ਹੈਗਾ ਵੀ ਕਈ ਹੱਥ ਲਿਖਤ ਬੀੜਾਂ ਦੇ ਵਿੱਚ ਭੱਬੇ ਨੂੰ ਸਿਆਰੀ ਲੱਗੀ ਹੋਈ ਹੈਗੀ ਆ। ਜਿੱਥੇ ਭੱਬੇ ਨੂੰ ਸਿਆਰੀ ਲੱਗੀ ਹੋ ਗਈ ਹੈ ਤਾਂ ਫਿਰ ਜੀ ਤੇ ਪਿੰਡ ਸਭ ਕੌਮਾਂ ਇਹ ਤੋਂ ਬਾਅਦ ਲੱਗਣਾ ਸੀਗਾ, ਕਿਉਂਕਿ ਇਟ ਗੋਜ਼ ਵਿਦ ਦੈਟ। ਓਕੇ, ਪਰ ਇੱਥੇ ਹੁਣ ਹੈ ਨਹੀਂ, ਉਹ ਨਹੀਂ ਲੱਗਾ ਹੈਗਾ ਜਿਨ੍ਹਾਂ ਦੇ ਵਿੱਚ। And I think, and that's the way Bhai Joginder Singh ji probably thought about it. I can't say it for sure that you should put the comma up here, because sab jada hega ras de naal janda hega, which is punji, which is the feminine word. Okay? ras punji da pata ki panj punji da ki matlab hega? Bhi jo kuch bhi to create kita sari samagri, everything. ਅਸੀਂ ਕਈ ਵਾਰੀ ਕਹਿੰਦੇ ਆ ਕਿ ਨਾ ਲੰਗਰ ਬਣਾਉਣਾ ਜੀ ਰਾਸ ਲਿਆ ਕੇ ਰੱਖ ਦਿਓ, ਆਟਾ ਲੂਣ ਦਾਲ ਲੂਣ ਜੋ ਕੁਝ ਵੀ ਚਾਹਦਾ ਉਹਨੂੰ ਸਾਰੇ ਨੂੰ ਅਸੀਂ ਰਾਸ ਕਹਿੰਦੇ ਹੈਗੇ। ਇੱਦਾਂ ਜਿਹੜਾ ਕ੍ਰੀਏਸ਼ਨ ਜੋ ਕੁਝ ਵੀ ਕੀਤਾ, ਜਿਹੜੀ ਸਾਰੀ ਸਮੱਗਰੀ ਹੈਗੀ ਆ ਨਾ, ਉਹ ਸਾਰੀ ਦੀ ਸਾਰੀ ਇਹ ਵਾਹਿਗੁਰੂ ਦੈਟ ਬਿਲੋਂਗ ਟੂ ਯੂ, ਯੂ ਓਨ ਇਟ, ਯੂ ਆਰ ਦਾ ਓਨਰ ਆਫ ਦੈਟ। ਸੋ ਸਾਰੇ ਜੀਓ ਪੈਨ ਸਭ ਕੁਝ ਜੋ ਵੀ ਸਮੱਗਰੀ ਹੈਗੀ ਆ ਸਭ ਕੁਝ ਤੇਰੀ ਰਾਸ ਹੈ। ਘੱਟ ਘੱਟ ਟੈਂਕੇ ਨੂੰ ਸਿਆਰੀ ਲੱਗੀ ਹੋਈ ਆ। ਘੱਟ ਦਾ ਮਤਲਬ ਹਰੇਕ ਸਰੀਰ ਦੇ ਵਿੱਚ, ਘੱਟ ਦਾ ਮਤਲਬ ਹਿਰਦਾ ਵੀ ਦਿਲ ਦੇ ਵਿੱਚ ਵੀ ਆ ਜਾਂਦਾ, ਸਰੀਰ ਦੇ ਵਿੱਚ ਵੀ ਆ ਜਾਂਦਾ, ਪਰ ਇੱਥੇ ਮੋਸਟਲੀ ਜਦ ਗੱਲ ਕਰਨੀ ਕਿਸੇ ਤਰ੍ਹਾਂ ਲਾ ਲਓ, ਮੈਂ ਸਰੀਰ ਯੂਜ਼ ਕਰ ਰਿਹਾ ਹੈਗਾ। ਘੱਟ ਘੱਟ ਪੂਰਨ ਬ੍ਰਹਮ ਪ੍ਰਕਾਸ਼ ਹਰੇਕ ਸਰੀਰ ਦੇ ਵਿੱਚ, whatever God has created, all the living being, everything is, like I said, soul is in everything. पूर्ण ब्रह्म प्रकाश, पूर्ण पूर्ण ਦਾ ਮਤਲਬ ਹੁੰਦਾ all pervading, ਜਿਹੜਾ ਇਹ ਚੰਗੀ ਤਰ੍ਹਾਂ ਵਿੱਚ ਰਮਿਆ ਹੋਵੇ, all pervading। ਬ੍ਰਹਮ ਪ੍ਰਕਾਸ਼, ਗਾਡ ਦਾ ਪ੍ਰਕਾਸ਼। ਪ੍ਰਕਾਸ਼ ਕੀ ਹੁੰਦਾ ਹੋਏਗਾ? ਕਿਸੇ ਚੀਜ਼ ਦਾ ਵੀ ਚਾਨਣਾ ਹੋ ਜਾਂਦਾ। ਇਹਦਾ ਮਤਲਬ ਇਹ ਹੈਗਾ ਵੀ in every body, in each and every body, there is the illumination of all pervading God. illumination ਕਰਨ ਦਾ ਮਤਲਬ ਜੋਤ ਜਿਹੜੀ ਹੈਗੀ ਆ ਉਹ ਪ੍ਰਕਾਸ਼ ਹੈ। So in everything belongs to God. ਹੁਣ ਇਹਦੇ ਵਿੱਚ ਉਹ ਕਹਿੰਦੇ ਆਪਣੀ ਬਣਤ ਫਿਰ ਉਹ ਆ ਗਿਆ ਵੀ ਜਗ ਰਚਨਾ, ਜਿਹੜੀ ਜਗਤ ਦੀ ਰਚਨਾ ਕੀਤੀ ਹੈਗੀ ਆ ਆਪਣੀ ਬਣਤ। ਇਹਨੂੰ ਤੁਸੀਂ ਉਹ ਦੂਏ ਤਰ੍ਹਾਂ ਵੀ ਕਹਿ ਲਓ ਵੀ ਜੋ ਕੁਝ ਵੀ ਉਹਨੇ ਕ੍ਰੀਏਟ ਕੀਤਾ ਸੀਗਾ ਨਾ, whatever, ਜੋ ਕੁਝ ਵੀ ਉਹਦਾ ਹੈਂਡੀ ਵਰਕ ਹੈਗਾ, ਜੋ ਕੁਝ ਵੀ ਉਹਨੇ ਬਣਾਇਆ ਹੈਗਾ, ਓਕੇ, ਉਹ ਸਾਰੇ ਦਾ ਸਾਰਾ everything ਆਪ ਬਣਾਏ। He is the one who actually made it or created it. ਸਾਰੀ ਦੀ ਸਾਰੀ ਉਹ ਪਹਿਲਾਂ ਤੋਂ ਆ ਗਿਆ ਨਾ, ਜਿੱਥੋਂ ਅਸੀਂ ਪਹਿਲਾਂ ਕੀਤਾ ਸੀ, ਸਭ ਕੁਝ ਉਹਦਾ ਹੀ ਕੀਤਾ ਹੈ। ਕਾਰਨ ਜੀਵਾ ਦੇ ਕਨਫਿਊਜ਼ਨ ਆ ਜਾਂਦੀ ਹੈ। But I don't ਕੱਕੇ ਦੇ ਇੱਥੇ ਕੌਮੇ ਦੀ
ਨੇ ਆਪਣੇ ਨਾਨਕ ਭਗਤਾਂ ਦੇ ਮਨ ਦੇ ਵਿੱਚ ਸਦਾ ਜਿਹੜਾ ਖੇੜਾ ਰਹਿੰਦਾ ਹੈਗਾ, ਦੇ ਆਰ ਆਲਵੇਜ਼ ਬਲਾਸਮ, ਦੇ ਆਰ ਆਲਵੇਜ਼ ਇਨ ਭਗਤ ਜਿਹੜੇ ਹੈਗੇ। ਓਕੇ, ਸੋ ਇਸੇ ਕਰਕੇ ਜੇ ਇੱਥੇ ਕੱਕੇ ਨੂੰ ਔਂਕੜ ਹੁੰਦਾ ਤਾਂ ਉਹ ਬਣ ਜਾਣਾ ਸੀਗਾ। ਤੇ ਕਈ ਇਹਦਾ ਟ੍ਰਾਂਸਲੇਸ਼ਨ ਇਹਦਾ ਕਰਦੇ ਹੈਗੇ, ਬਟ ਆਈ ਡੋਂਟ ਐਗਰੀ ਵਿਦ ਇਟ। ਇਹਦੇ ਵਿੱਚ ਇਹੀ ਹੈਗਾ ਵੀ ਹੇ ਨਾਨਕ ਜੀਵਾ ਦੇਖ ਵਡਾਈ, by looking at his greatness, ਜਿਹਨੂੰ ਬਜ਼ੁਰਗੀ ਵੀ ਕਹਿੰਦੇ ਆ, ਵੀ ਜੋ ਕੁਝ ਉਹਨੇ ਕ੍ਰੀਏਟ ਕੀਤਾ ਹੈ ਨਾ, ਉਹ ਖੇਲ ਨੂੰ ਦੇਖ ਦੇਖ ਕੇ ਉਹ ਖੁਸ਼ ਹੋ ਰਿਹਾ ਹੈਗਾ। ਵੀ he is in bliss by watching that play the game he has created। ਇਹ ਹੈਗੇ ਆ ਪਹਿਲੇ ਚਾਰ ਅਸਕਦੇ ਦੇ ਪਦੇ। ਹੁਣ ਜੇ ਕੋਈ ਸਵਾਲ ਹੈਗਾ ਜਾਂ ਕੁਛ ਹੈਗਾ ਤਾਂ ਵੀ ਲੈਟਲੀ ਟਾਕ ਅਬਾਊਟ ਇਟ, ਕਿਉਂਕਿ ਅੱਜ ਥੋੜਾ ਜਿਹਾ ਜਿਹੜੇ ਇੱਥੇ ਤਾਂ ਜੀ ਉਹੀ ਗੱਲ ਜ਼ਿਆਦਾ ਵਧੀਆ ਲੱਗਦੀ ਆ ਇਹ ਨਾਨਕ ਵਾਲੀ। ਹਾਂ, ਤੇ ਜਿਵੇਂ ਜੀਵੈ ਦੇ ਉਹਦੇ ਪਰਮਾਤਮਾ ਤਾਂ ਜਿਉਂਦਾ ਹੀ ਹੈ, ਆਲਵੇਜ਼ ਜਿਉਂਦਾ ਉਹਦੇ ਹੀ ਵਿੱਚ ਹੈ। ਪਤਾ ਕੀ ਹੋਣਾ ਸੀਗਾ, ਜਿੱਦਾਂ ਮੈਂ ਦੱਸਿਆ ਸੀ, ਹਾਂ ਉਹ ਤਾਂ ਉਹ ਠੀਕ ਤਾਂ ਹੈ ਦਾ ਵੀ ਔਂਕੜ ਜਿਹੜਾ ਹੈਗਾ ਵੀ ਮਿਸਿੰਗ ਹੈ ਹੋਵੇ, ਪਰ ਕਿਉਂਕਿ ਕਈਆਂ- ਪਰਮਾਤਮਾ ਦੇ ਲਈ ਜਿਉਣ ਨੂੰ ਵਰਤਣਾ ਉਹ ਕਿਵੇਂ ਜਿਹਾ ਠੀਕ ਲੱਗਦਾ ਜੀ? ਵੀ ਪਰਮਾਤਮਾ ਤਾਂ ਆਲਵੇਜ਼ ਜਿਉਂਦਾ ਹੀ ਹੈ, ਉਹ ਤਾਂ ਨਾ ਮਰਦਾ ਨਾ ਕੋਈ ਜੀਵ ਨਾ ਹੈ। ਉਹ ਮਰਦਾ ਨਾ ਜਿਹਦਾ ਵਿੱਚ ਕਹਿਣ ਦਾ ਮਤਲਬ ਹੈ ਹੀ ਲਿਵਿੰਗ ਆਲ ਦਾ ਟਾਈਮ, ਕਿਉਂਕਿ ਉਹ ਹੋਂਦ ਵਾਲਾ ਹੈਗਾ। ਅਸੀਂ ਕਹਿੰਦੇ ਹੀ ਹੈਗੇ ਆ, ਉਹਦਾ ਕੀ ਮਤਲਬ ਹੈਗਾ? ਉਹਦਾ ਮਤਲਬ ਹੈ ਲਿਵਿੰਗ। ਹੀ ਇਜ਼ ਅਲਾਈਵ ਆਲ ਦਾ ਟਾਈਮ। ਜਿੱਥੇ ਕਿਤੇ ਤਾਂ ਹੀ ਮੈਂ ਕਿਹਾ ਨਾ ਵੀ ਜਿਹਦਾ ਦੋ ਟਾਈਮ ਹੈ ਜਾਂਦਾ ਵੀ ਤਾਂ ਮੈਨੂੰ ਇਹ ਕਰਨ ਦੀ ਲੋੜ ਹੀ ਨਹੀਂ ਸੀ ਵੀ ਜੇ ਇੱਥੇ ਕਿਤੇ ਕਾਕੇ ਨੂੰ ਔਂਕੜ, ਕਿਉਂਕਿ ਦੇਰ ਆਰ ਮੈਨੀ ਪਲੇਸ ਜਿੱਥੇ ਸਾਨੂੰ ਪੰਥ ਨੂੰ ਇਹ ਦੇਖਣਾ ਪੈਣਾ ਹੈਗਾ ਵੀ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਵੀ ਇੱਥੇ ਔਂਕੜ ਹੈ ਜਾਂ ਨਹੀਂ ਹੈਗਾ। ਕਿਤੇ ਬੀਟ ਦੇ ਵਿੱਚ ਕਿਤੇ ਪੁਰਾਣੀਆਂ ਤਾਂ ਉਹਨਾਂ ਨੂੰ ਕੰਪੇਅਰ ਕਰਕੇ ਤਾਂ ਦੇ ਹੈਵ ਟੂ ਐਕਚੁਅਲੀ ਲੁੱਕ ਐਟ ਦੈਟ। ਸੋ ਦੈਟਸ ਵਾਈ ਇੱਕ ਤਾਂ ਮੋਟਾ ਤੇ ਵੀ ਇਦਾਂ ਪਹਿਲਾਂ ਆਇਆ ਸੀਗਾ ਵੀ ਉਹਦੇ ਉੱਤੇ ਵੀ ਇਹ ਲਿਖਿਆ, ਪਰ ਉਹਦੇ ਵਿੱਚ ਵੀ ਇਹੀ ਆ ਵੀ ਆਪਣੀ ਵਡਿਆਈ ਜਿਹੜੀ ਹੈਗੀ ਆ ਵੀ ਉਹ ਆ ਕੇ ਦੇਖਿਆ ਜੀ ਜੇ ਉਹ ਜੀਵ ਹੈ ਆਪਦੇ ਲਈ ਵੀ ਲਾਉਣਾ ਹੈ ਨਾਨਕ ਮੈਂ ਤੇਰੀ ਉਹਦੀ ਪਰਮਾਤਮਾ ਦੀ ਵਡਿਆਈ ਦੇਖ ਕੇ ਜਿਉਂਦਾ ਹਾਂ, ਉਵੇਂ ਵੀ ਠੀਕ ਨਹੀਂ ਚੱਲਦਾ। ਉਹ ਤਾਂ ਹੀ ਹੋਣਾ ਸੀ ਨਾ। ਮੈਂ ਤਾਂ ਦੱਸਿਆ ਹੈਗਾ ਵੀ ਦੈਟਸ ਆਲਸੋ ਠੀਕ। ਉਹ ਤਾਂ ਹੈ ਨਾਨਕ ਆ ਗਿਆ ਹਾਂ, ਨਾਨਕ ਜੀਵੇ ਹਾਂ, ਦੇਖ ਜੀਵ ਹੈ। you can actually say that ਵੀ hey Nanak, say that I live by looking at his record. You can do that. ਪਰ ਇਹਦੇ ਵਿੱਚ ਜਿਹੜਾ ਭਾਈ ਸਾਹਿਬ ਸਿੰਘ ਨੇ ਜਿੱਦਾਂ ਕੀਤਾ ਹੈਗਾ, ਜਿੱਦਾਂ ਮੈਂ when I actually teach, I go by whatever he says। ਜਿੱਥੇ ਕਿਤੇ ਮੈਨੂੰ ਮਾੜਾ ਜਿਹਾ ਲੱਗੇ ਤਾਂ I point that out, ਵੀ ਇਹਦੇ ਵਿੱਚ there is another potential ਦੇ ਪੰਜਾਬੀ। ਓਕੇ, ਹੋਰ ਕੋਈ ਸਵਾਲ ਜਾਂ ਕੁਝ ਹੋਰ ਕੋਈ ਕੁਐਸਚਨ? ਆਪਣੇ ਕੋਲ 200 ਦਾ ਰਿਹਾ, 200 ਦਾ ਰਹਿੰਦੇ ਗੁਰਬਾਣੀ ਦੇ ਵਿੱਚ, ਫੇਰ ਕੀ ਉੱਚੀ ਕਹੋ। 200 ਦਾ ਹਾਂ ਹਾਂ, ਉਹਨਾਂ 'ਚ ਬਹੁਤ ਅੱਖਾਂ ਦਾ ਫਰਕ ਹੈ। ਉਸ ਤਰ੍ਹਾਂ ਹੁਣ ਤੁਸੀਂ Oh, ਵਿਚਾਰੇ ਕਿਆ Okay, ਦੇਖ ਹੈ। ਫਿਰ ਸਵਾਲ ਕੀ ਆ? ਮੇਰਾ ਸਵਾਲ ਇਹ ਆ ਕਿ ਉਹ ਦੋ ਵੱਖ-ਵੱਖ ਬੰਦਿਆਂ ਨੇ ਲਿਖੀ ਆ, ਵੱਖ-ਵੱਖ ਮਤਲਬ ਵੱਖ-ਵੱਖ ਬੰਦੇ ਮਤਲਬ ਗੁਰੂ। ਨਹੀਂ, ਗੁਰੂ ਸਾਹਿਬ ਦੇ ਤਾਂ ਲਿਖੀ ਹੋਈ ਜਿਹੜੇ ਹੈਗੇ ਆ ਵੀ ਉਹੀ ਬਾਣੀ ਤਾਂ ਉਹਨਾਂ ਦੀ ਲਿਖੀ ਹੋਈ ਹੈਗੀ ਆ। ਤੇ ਜਿੱਥੇ ਵੀ ਆਉਂਦੀ ਹੈਗੀ ਜੁਦੇ ਜੁਦੇ ਰਾਗਾਂ ਦੇ ਵਿੱਚ ਜਿੱਥੇ ਹੈਗੀ ਆ ਨਾ, ਐਕਚੁਅਲੀ 2 ਥਾਂ ਤੇ ਨਹੀਂ 3 ਥਾਂ ਤੇ ਆ ਉਹੀ ਚੀਜ਼। ਇਟਸ 3 places and all 3 places there is a difference। ਜਿੱਥੇ ਕਿਤੇ ਦੇਖਿਆ ਲਿਖਿਆ, ਵੇਖਿਆ ਪਾਤਾ। ਓਕੇ, ਜਿੱਦਾਂ ਗਾਵੇ ਨੂੰ ਗਾਵਨ ਲਿਖਿਆ ਹੈਗਾ ਤੇ ਤੁਸੀਂ ਸਾਰਾ ਗਾਵਨ ਲਿਖਿਆ ਤੇ ਜਪਜੀ ਸਾਹਿਬ ਤੇ ਗਾਵੇ ਲਿਖਿਆ। ਪਰ ਜੇ ਤੁਸੀਂ ਉਹਨਾਂ ਦੇ ਮੀਨਿੰਗ ਦੇਖੋ, ਗਾਵਨ ਵੀ ਪਲੂਰਲ, ਗਾਵਨ ਵੀ ਪਲੂਰਲ, ਦਿਸ ਇਜ਼ ਇਨ ਫਸਟ ਥਰਡ ਪਰਸਨ, ਦੋਏ ਜਿਹੜੇ ਹੈਗੇ ਆ ਉਸੇ ਤਰ੍ਹਾਂ ਮੀਨਿੰਗ ਉਹੀ ਬਣਦੇ ਹੈਗੇ ਆ। ਪਰ ਇਹਦੇ ਵਿੱਚ ਜਿਹੜਾ ਹੈਗਾ ਵੀ ਜੁਦੇ ਜੁਦੇ ਥਾਂ ਦੇ ਉੱਤੇ ਜੁਦੇ ਜੁਦੇ ਰਾਗ ਦੇ ਵਿੱਚ ਜਿੱਥੇ ਉਹਨਾਂ ਨੇ ਕੀਤਾ ਹੈਗਾ ਨਾ, ਜਦ ਉਹ ਕੀਤੀ ਆ ਤਾਂ ਵੇ ਦੇਰ ਆਰ ਸਮ ਡਿਫਰੈਂਟ। ਇਹ ਇੱਥੇ ਕੱਲਾ ਨਹੀਂ, ਉਹ ਆਪਾਂ ਕੀਰਤਨ ਸੋਲਾ ਪੜ੍ਹਦੇ ਹਾਂ ਉਹਦੇ ਵਿੱਚ ਵੀ ਹੈਗਾ। ਬਹੁਤ ਸਾਰੀਆਂ ਇੱਦਾਂ ਦੀਆਂ ਬਾਣੀਆਂ ਹੈਗੀਆਂ ਜਦ ਉਹ 2 ਵਾਰੀ ਆਈਆਂ ਹੈਗੀਆਂ ਉਹਨਾਂ ਦੇ ਵਿੱਚ। ਆਪਣਾ ਤੁਸੀਂ ਜਪਜੀ ਸਾਹਿਬ ਦਾ ਲੈ ਲਓ, ਮਗਰਲਾ ਸ਼ਲੋਕ ਲੈ ਲਓ, ਉਹੀ ਸ਼ਲੋਕ ਜਿਹੜਾ ਗੁਰੂ ਅਰਜਨ
ਗੁਰੂ ਅੰਗਦ ਦੇਵ ਜੀ ਨੇ ਜਦ ਲਿਖਿਆ ਹੈਗਾ ਉਹਦੇ ਵਿੱਚ ਵੀ ਫਰਕ ਹੈਗਾ। ਇਦਾਂ ਹੀ ਪਰ ਮੀਨਿੰਗ ਸੇਮ ਹੈ। ਇਦਾਂ ਹੀ ਆਪਾਂ ਇਹਦੇ ਵਿੱਚ ਵੀ ਪੜ੍ਹਨਾ ਹੈਗਾ, ਆਦ ਸੱਚ ਜੁਗਾਦ ਸੱਚ ਹੈ ਪੈ ਸੱਚ ਨਾਨਕ ਹੋਸੇ ਪੈ ਸੱਚ। ਜਦ 17ਵੀਂ ਅਸਪਦੀ ਕਰਨੀ ਹੈਗੀ ਆ, ਉਹਦੇ ਵਿੱਚ ਜਿਹੜਾ ਸ਼ਲੋਕ ਆ ਮੋਹਰੇ, ਉਹ ਸ਼ਲੋਕ ਜਿਹੜਾ ਹੈਗਾ ਭੱਬੇ ਨੂੰ ਸਿਆਰੀ ਨਾਲ ਲਿਖਿਆ। ਜਦ ਅਸੀਂ ਪਹਿਲੀ ਵਾਰੀ ਪੜ੍ਹਦੇ ਹੈਗੇ ਉਹਦੇ ਵਿੱਚ ਜਿੱਦਾਂ ਤੂੰ ਪਹਿਲਾਂ ਵੀ ਕਿਹਾ ਸੀਗਾ ਨਾ, ਕਈਆਂ ਥਾਂ ਤੇ ਇਦਾਂ ਵੀ ਹੈਗਾ ਵੀ ਡਿਪੈਂਡ ਕਰਦਾ ਹੈ ਵੀ ਕਿਹੜੇ ਗੁਰੂ ਸਾਹਿਬ ਨੇ ਲਿਖੀ ਹੈਗੀ ਆ, ਉਹਦੇ ਵਿੱਚ ਥੋੜਾ ਜਿਹਾ ਫਰਕ ਪਾ। ਹੁਣ ਕਿਉਂ ਕੀਤਾ ਗਿਆ ਹੈਗਾ, ਇਹਦੇ ਪਿੱਛੇ ਕੋਈ ਵੀ ਗੁੱਡ ਰੀਜ਼ਨਿੰਗ ਹੈ, ਰੈਸ਼ਨਲ ਆਈ ਹੈਵ ਨਾਟ ਸੀਨ ਦੈਟ ਵਨ, ਪਰ ਮੈਨੂੰ ਇਦਾਂ ਲੱਗਦਾ ਹੈਗਾ ਆਪਣੇ ਮਨ ਨੂੰ। ਆਈ ਕੈਨ ਗਿਵ ਯੂ ਮਾਈ ਪਰਸਨਲ ਓਪੀਨੀਅਨ ਬਟ ਦਿਸ ਇਜ਼ ਨਥਿੰਗ ਬਟ ਮਾਈ ਪਰਸਨਲ ਓਪੀਨੀਅਨ। ਓਕੇ, ਉਹ ਇਸ ਕਰਕੇ ਹੈਗਾ ਵੀ ਜਿੱਦਾਂ ਹੁਣ ਜਪਜੀ ਸਾਹਿਬ ਦੇ ਵਿੱਚ ਲਿਆ, ਜਪਜੀ ਸਾਹਿਬ ਦੀ ਬਾਣੀ ਜਿਹੜੀ ਹੈਗੀ ਆ ਆਲਮੋਸਟ all the ਵਿਦਵਾਨ 99% you know they agree ਵੀ ਜਿਹੜੀ ਹੈਗੀ although ਉਹਦੇ ਉੱਤੇ ਲਿਖਿਆ ਨਹੀਂ ਵੀ ਕਿਹਦੀ ਰਚਨਾ ਹੈਗੀ ਆ, ਗੁਰੂ ਨਾਨਕ ਦੇਵ ਜੀ ਦੀ ਆ। ਸਾਰੇ ਕਹਿੰਦੇ ਆ ਵੀ ਗੁਰੂ ਨਾਨਕ ਦੇਵ ਜੀ ਦੀ ਰਚਨਾ ਹੈ। ਹੁਣ ਜੇ ਅਸੀਂ ਉਹ ਪਹਿਲੇ ਸ਼ਲੋਕ ਲਈਏ, ਆਦਿ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਹੋਸੀ ਭੀ ਸੱਚ, ਉਹ ਗੁਰੂ ਨਾਨਕ ਦੇਵ ਜੀ ਨੇ ਲਿਖਿਆ ਹੈਗਾ। ਜਦ ਉਹ ਹੀ ਸ਼ਲੋਕ ਜਿਹੜਾ ਸੀਗਾ ਉਹ ਕਿਤੇ ਹੋਰ ਗੁਰੂ ਅੰਗਦ ਦੇਵ ਜੀ ਨੇ ਕਿਸੇ ਹੋਰ ਚੀਜ਼ ਦੇ ਨਾਲ ਲਾ ਕੇ ਜਾਣੀ ਉਹ ਲਿਖ ਬੋਲਿਆ ਜਾਂ ਵਿਆਖਿਆ ਕਰਨੀ ਸੀਗੀ, ਉਹਨਾਂ ਦੇ ਵਿੱਚ ਉਹਦੇ ਵਿੱਚ ਭੇ ਲਿਖ ਦਿੱਤਾ। ਕਹਿਣ ਦਾ ਮਤਲਬ ਜਦ ਹੁਣ ਉਹਨਾਂ ਦਾ ਲਿਖਿਆ ਹੀ ਜਿੱਥੇ ਯੂਜ਼ ਕੀਤਾ ਹੈਗਾ ਉਹਨਾਂ ਨੂੰ ਡਿਸਟਿੰਗੁਇਸ਼ ਕਰਨ ਨੂੰ ਫਰਕ ਲੱਗੇ ਵੀ ਇਹ ਨਹੀਂ ਹੋਵੇ ਮੈਂ ਗੁਰੂ ਨਾਨਕ ਦੇਵ ਜੀ ਦਾ ਹੀ ਕੋਟ ਕੀਤਾ ਹੈਗਾ ਵੀ ਪਤਾ ਲੱਗ ਜਾਵੇ ਵੀ ਆਹ ਜਿਹੜਾ ਸੀਗਾ ਇੱਦਾਂ ਹੀ ਜਿਹੜੇ ਹੈਗੇ ਆ ਹੋਰ ਵੀ ਕਈਆਂ ਜਿਹੜੀਆਂ ਥਾਂ ਤੇ ਬਾਣੀ ਆਉਂਦੀ ਹੈਗੀ ਆ। ਯੂ ਕੈਨ ਐਕਚੁਅਲੀ ਟੈਲ ਦਾ ਡਿਫਰੈਂਸ ਵੀ ਗੁਰੂ ਸਾਹਿਬ ਦਾ, ਜਿੱਦਾਂ ਹੁਣ ਆ ਮੈਂ ਆਸਪਦੀ ਦਾ ਦੱਸ ਕੇ ਹਟਿਆ ਹੈਗਾ, ਇਹਦੇ ਵਿੱਚ ਹੁਣ ਜਿਹੜਾ ਹੈਗਾ ਗੁਰੂ ਇਹ ਪੰਜਵੇਂ ਪਾਤਸ਼ਾਹ ਦਾ ਜਿਹੜਾ ਹੈਗਾ ਜਾਣੀ ਵੀ 17ਵੀਂ ਆਸਪਦੀ ਦੇ ਵਿੱਚ, ਉਹਦੇ ਵਿੱਚ ਇਹਦਾ ਮਤਲਬ ਸੀਗਾ ਵੀ ਉਹਨਾਂ ਨੇ ਡਿਸਟਿੰਗੁਇਸ਼ ਕਰਨ ਲਈ ਉਹ ਕੀਤਾ। ਇੱਦਾਂ ਹੀ ਮਗਰਲਾ ਸ਼ਲੋਕ ਜਿਹੜਾ ਹੈਗਾ ਉਹਨੂੰ ਡਿਸਟਿੰਗੁਇਸ਼ ਕਰਨ ਲਈ ਗੁਰੂ ਅੰਗਦ ਦੇਵ ਜੀ ਦਾ ਹੈਗਾ, ਜਿੱਥੇ ਉਹ ਆਉਂਦਾ ਹੈਗਾ ਉਹਦੇ ਵਿੱਚ ਵੀ ਉਹਨਾਂ ਨੇ ਫਰਕ ਪਾਇਆ ਹੈ, ਥੋੜਾ ਜਿਹਾ ਫਰਕ ਪਾ ਦਿੱਤਾ ਹੋ ਸਕਦਾ ਇਸ ਕਰਕੇ, ਬਟ ਆਈ ਡੋਂਟ ਨੋ, ਬਟ ਦੈਟ ਕੁਡ ਬੀ ਇਟ ਯੂ ਨੋ ਟੂ ਐਕਚੁਅਲੀ ਜਸਟ ਮੇਕ ਸ਼ੋਰ that nobody says they are ਜਿਹੜੇ word exactly ਜਿਹੜੇ ਵੀ ਗੁਰੂ ਨਾਨਕ ਦੇਵ ਜੀ ਬਾਰੇ ਬੋਲਦੇ ਪਰ meaning there is no difference in the meaning at all, ਕਿਉਂਕਿ ਭੱਬੇ ਨੂੰ ਸਿਆਰੀ ਜਿਹੜੀ ਆਉਂਦੀ ਹੈਗੀ ਉਹ ਬਹੁਤ ਸਾਰੇ ਥਾਂ ਦੇ ਉੱਤੇ, ਹੁਣ ਵਰਡ ਭਗਤ ਹੀ ਲੈ ਲਓ, ਇਹਦਾ ਕੀ ਮਤਲਬ ਹੁੰਦਾ? ਭਗਤੀ। ਇਹਦਾ ਮਤਲਬ ਭਗਤੀ ਬਿਹਾਰੀ ਵਾਲੀ। ਸੋ ਕਈਆਂ ਥਾਂ ਤੇ ਭਗਤੀ ਵੀ ਲਿਖਿਆ ਆ ਜਾਂਦਾ ਹੈਗਾ। ਓਕੇ, ਸੋ ਭਗਤ ਜੇ ਇਦਾਂ ਲਿਖਿਆ ਜਾਂ ਭਗਤੀ ਲਿਖਿਆ, there is no difference. ਇਦਾਂ ਹੀ ਜਿਹੜਾ ਭੇ ਤਾਂ ਭੀ ਦੇ ਵਿੱਚ ਵੀ ਹੈਗਾ, there is no difference in the meaning of it, no meaning. ਗਾਵਨ ਗਾਵਾਂ, there is no difference in meaning, ਕਿਉਂਕਿ ਨੰਨਾ ਜਿੱਥੇ ਵੀ ਕਿਤੇ ਵੀ ਲੱਗੇ ਉਹ ਪਲੂਰਲ ਦੇ ਨਾਲ ਜਾਂਦਾ ਹੁੰਦਾ ਹੈਗਾ। ਗਾਉਂਦੇ ਹਨ, ਗਾਉਂਦੇ ਹਨ, ਦੋਹਾਂ ਦਾ ਉਹੀ ਬਣਦਾ ਹੈਗਾ। ਕਦੇ ਉਹਨੂੰ ਗਾਵੈਂ ਉਚਾਰਨਾ, ਉਹਨੂੰ ਗਾਵੈਂ ਤੇ ਥੋੜਾ ਜਿਹਾ ਨਾ ਹਾਹੇ ਨੂੰ ਉੱਤੇ ਬਿੰਦੀ ਲਾ ਕੇ ਤਾਂ ਨਾਲ ਹਾਹਾ ਵੀ ਬਿਲਕੁਲ ਛੱਡਣਾ ਨਹੀਂ, ਗਾਵੈਂ ਯਾਨੀ ਉਹਨੂੰ ਸਟ੍ਰੈਸ ਕਰਕੇ ਥੋੜਾ ਜਿਹਾ ਪੜ੍ਹਨਾ। ਅੰਕਲ ਜੀ ਜਿਹੜਾ ਭਗਤੀ ਭਗਤ ਮਤਲਬ ਦੋਵੇਂ ਭਗਤੀ ਹੈ, ਇਹਨਾਂ ਨੂੰ ਪੜ੍ਹਨਾ ਭਗਤੀ ਪੜ੍ਹਨਾ ਹੈ, ਇਹਨੂੰ ਭਗਤ ਪੜ੍ਹਨਾ ਹੈਗਾ, ਭਗਤੀ ਨਹੀਂ ਪੜ੍ਹਨਾ। ਇਹਨੂੰ ਵੀ ਪਰ ਭੇ ਪੜ੍ਹਨਾ ਹੈਗਾ ਪੀ, ਪਰ ਮੀਨਿੰਗ ਜਿਹੜਾ ਹੈਗਾ ਉਹ ਐਗਜ਼ੈਕਟਲੀ ਸੇਮ ਹੈ। ਪਰ ਉਹਦਾ ਮਤਲਬ ਪਰ ਭਗਤੀ ਹੋਊਗਾ, ਇਹਦਾ ਮਤਲਬ ਭਗਤੀ ਹੋਗਾ। ਜੇ ਤੁਸੀਂ ਇੱਥੇ ਕੱਲਾ ਲੈ ਦਿੱਤਾ ਭਗਤ, ਜਿੱਦਾਂ ਵੀ ਤੁਹਾਨੂੰ ਮਿਲਣਾ, ਤੁਹਾਨੂੰ ਭਗਤ ਵੀ ਮਿਲਣਾ ਹੈਗਾ। ਜਦ ਤੱਕ ਤੈਨੂੰ ਔਂਕੜ ਹੈਗਾ, ਇੱਕ ਸਿੰਗਲ ਭਗਤ ਦੀ ਗੱਲ ਹੋ ਰਹੀ ਹੈਗੀ। ਓਕੇ, ਜਦ ਹੋ ਰਿਹਾ ਤੱਤੇ ਨੂੰ ਔਂਕੜ ਲਾ ਗਿਆ, ਜਿਹੜਾ ਪਹਿਲਾ ਹੀ ਰੂਲ ਸੀਗਾ ਉਹ ਪਲੂਰਲ ਬਣ ਗਿਆ। ਭਗਤਾਂ ਦੀ ਗੱਲ ਹੋ ਰਹੀ ਆ, ਮੋਰ ਦੈਨ ਵਨ ਭਗਤ। ਜਦ ਤੱਕ ਤੈਨੂੰ ਸਿਆਰੀ ਹੈਗੀ ਆ, ਉੱਥੇ ਹੁਣ ਭਗਤੀ ਦੀ ਗੱਲ ਹੋ ਰਹੀ ਹੈਗੀ ਆ।
ਇੱਕ ਅੰਕਲ ਜੀ ਮੈਨੂੰ ਸਿਰਫ ਪ੍ਰੋਨਾਂਸੀਏਸ਼ਨ ਹੀ ਪੁੱਛਣਾ ਉਹਦਾ ਜਾਪ ਸਾਹਿਬ ਦਾ ਅੱਖਰ ਹੈ ਨੰਨੇ ਸਿਆਰੀ ਪੈਰ ਚਰਾਰਾ ਤੇ ਸੱਸੇ ਦੇ ਪੈਰ ਚਰਾਰਾ ਤੇ ਸੱਸੇ ਨੂੰ ਸਿਆਰੀ ਤੇ ਕੱਕਾ ਉਹਨੂੰ ਕੀ ਬੜਾ ਨੇ ਇਹ ਪ੍ਰੋਨਾਂਸੀਏਸ਼ਨ ਹੀ ਪੁੱਛਣੀ ਹੈ ਮੈਨੂੰ ਪਤਾ ਤੇ ਨਹੀਂ ਕੱਕੇ ਨੂੰ ਸਿਆਰੀ ਤੇ ਕੱਕੇ ਨੰਨੇ ਨੂੰ ਸਿਆਰੀ ਕਰਨਾ ਪੈਰ ਚਰਾਰਾ ਸੱਸੇ ਬਿਆਰੀ ਤੇ ਸੱਸੇ ਨੂੰ ਹੀ ਪੈਰ ਚਰਾਰਾ ਤੇ ਕੱਕਾ ਹੁਣ ਤੂੰ ਵੇਖ ਹੀ ਬੋਲ ਤਾਂ ਮੈਂ ਲਿਖਦਾ ਹੈਗਾ ਤਾਂ ਮੈਨੂੰ ਜਾਂ ਤੂੰ ਆ ਕੇ ਇੱਥੇ ਲਿਖ ਕੇ ਦਿਖਾ ਦੇ ਤਾਂ ਫਿਰ ਮੈਂ ਤੈਨੂੰ ਦੱਸਦਾ ਕਿੱਦਾਂ ਕਰਨਾ ਦੱਸ ਤਾਂ ਵੇ ਬਹੁਤ ਸਿੰਪਲ ਰੂਲ ਹੈਗੇ ਆ ਮੈਂ ਤੁਹਾਨੂੰ ਪਿਛਲੀ ਵਾਰ ਵੀ ਥੋੜਾ ਜਿਹਾ ਦੱਸਿਆ ਸੀਗਾ ਆਈ ਕੈਨ ਐਕਚੁਅਲੀ ਗੋ ਓਵਰ ਕਿਰਪਾ everything if you go by it it's very much structured ਜੇ ਤੁਸੀਂ ਰੂਲ ਅਪਣਾਓ ਨਾ ਤੁਹਾਡੇ ਮਨ ਦੇ ਵਿੱਚ ਕਦੀ ਸਵਾਲ ਆ ਹੀ ਨਹੀਂ ਸਕਦਾ ਵੀ ਹਾਂ ਵੀ ਮੈਂ ਕਿਉਂ ਕੀਤਾ ਜਿੱਦਾਂ ਪਿਛਲੀ ਵਾਰੀ ਵੀ ਇਹਨੇ ਸਵਾਲ ਪੁੱਛਿਆ ਨਾ ਵੀ ਤੱਤਾ ਤਾਂ ਔਂਕੜ ਤਾਂ ਐੜਾ ਉਹਨੂੰ ਕਿੱਦਾਂ ਪੜ੍ਹਨਾ ਹੈਗਾ ਤਾਂ ਤਾਂ ਬਸ ਕਰ ਚੱਲ ਮੈਨੂੰ ਲੱਗ ਗਿਆ ਪਤਾ ਤੂੰ ਕੀ ਕਹਿਣਾ ਮੰਗਦਾ ਮੈਂ ਫਿਰ ਕੀ ਐਕਸਪਲੇਨ ਕਰ ਦੂੰਗਾ ਹਾਂ ਜੋ ਇਹਨੂੰ ਦੱਸ ਪੁੱਛਣਾ ਕਿਤਨਾ ਪੜਨਾ ਸਿੰਪਲ ਆ ਜਿਹੜਾ ਹੈਗਾ ਨਾ ਕੋਈ ਵੀ ਅੱਖਰ ਹੋਵੇ ਪੈਰ ਦੇ ਵਿੱਚ ਹੋਵੇ ਪੈਰ ਵਾਲਾ ਅੱਖਰ ਜਿਹੜੀ ਵੀ ਲਗਾ ਲੱਗੀ ਹੁੰਦੀ ਹੈ ਅੱਖਰ ਦੇ ਨਾਲ ਉਹਦੇ ਨਾਲ ਜਾਣਾ ਓਕੇ ਇਦਾਂ ਹੀ ਸੱਸਾ ਰਾਰੇ ਨੂੰ ਬਿਆਰੀ ਰਾਰੇ ਨੂੰ ਬਿਆਰੀ ਨਿਰ ਰਾਰੇ ਨੂੰ ਬਾਣੀ ਹੈ ਸਿਆਰੀ ਨਿਰ ਨਹੀਂ ਪੜਨਾ ਨਿਰ ਸਰੀਕ ਨਿਰ ਸਰੀਕ ਓਕੇ ਤਾਂ ਨਾਲੇ ਬਾਈ ਦਾ ਵੇ ਆਲ ਟੈਲ ਯੂ ਦਿਸ ਇਜ਼ ਨਾਟ ਫਰਮ ਗੁਰੂ ਗ੍ਰੰਥ ਸਾਹਿਬ ਨਹੀਂ ਇਹ ਜਾਪ ਸਾਹਿਬ ਦੇ ਵਿੱਚ ਆ ਮੈਂ ਗੁਰੂ ਗ੍ਰੰਥ ਸਾਹਿਬ ਮੈਂ ਦੇ ਹੁਣ ਵਿੱਚ ਦੱਸਾਂ ਆ ਜਿਹੜਾ ਹੈਗਾ ਹੁਣ ਜਿੱਦਾਂ ਸਵਈਏ ਆ ਵੈਰੀ ਸਿੰਪਲ ਉਹੀ ਤੁਸੀਂ ਰੂਲ ਉਹੀ ਰੱਖਣਾ ਹੈਗਾ ਕੀ ਹੋ ਗਿਆ ਸੱਸਾ ਸੀਗਾ ਵਾਵਿੰਦਨਾ ਜਦ ਵੀ ਪੈਰ ਦੇ ਵਿੱਚ ਹੋਵੇ ਨਾ ਅੱਖਰ ਪਾਇਆ ਉਹ ਪਹਿਲਾ ਸੱਸਾ ਤਾਂ ਦੂਆ ਵਾਵਾ ਜਿਹੜਾ ਉਹਦੇ ਪੈਰ ਵਿੱਚ ਹੈ ਇਹਨਾਂ ਨੇ ਇਕੱਠਿਆਂ ਨੇ ਇੱਕੋ ਹੀ ਸਾਊਂਡ ਕਰਨੀ ਦਿਸ ਵਨ ਸਾਊਂਡ ਨਾਟ ਟੂ ਸਾਊਂਡਸ ਓਕੇ ਸੋ ਦੈਟਸ ਵਾਈ ਯੂ ਕੈਨਟ ਯੂ ਨੋ ਐਕਚੁਅਲੀ ਜਸਟ ਸੇ ਦੈਟ ਯੂ ਕੈਨ ਸੋ ਮੈਂ ਇਹਦੇ ਵਿੱਚ ਹੁਣ ਵਾਵਾ ਕੱਢਣਾ ਹੈਗਾ ਤਾਂ ਮੈਂ ਇਹਦੇ ਉੱਤੇ ਨਿਸ਼ਾਨੀ ਲਾਤੀ ਹੈਗੀ ਆ ਕਿਉਂਕਿ ਕੋਈ ਵੀ ਕਨਸੋਨੈਂਟ ਉਨੀ ਦੇਰ ਪ੍ਰੋਨਾਂਸ ਨਹੀਂ ਕਰ ਸਕਦੇ ਜਿੰਨੀ ਦੇਰ ਮੁੜ ਕੇ ਵਾਵਲ ਨਾ ਪਾਇਆ ਵਾਵਲ